ਮੈਨੂੰ ਤਾਂ ਸਿਰਫ ਇਹਦੀ ਉਹ ਫਿਕਰ ਹੈ, ਸਾਡੇ ਘਰ ਦੀਆਂ ਸਾਰੀਆਂ ਕੁੜੀਆਂ ਸੋਹਣੀਆਂ ਨੇ, ਪਤਲੀਆਂ ਨੇ, ਗੋਰੀਆਂ ਨੇ, ਤੇ ਇਹਨੂੰ ਕਿਸੇ ਨੇ ਨਹੀਂ ਪਸੰਦ ਕਰਨਾ, ਪਤਾ ਨਹੀਂ ਕੌਣ ਇਹਨਾਂ ਵਿਆਹ ਕਰਾਊਗਾ। ਪਤਲਾ ਹੋਣਾ, ਲੰਮੇ ਹੋਣਾ, ਗੋਰੇ ਹੋਣਾ, ਠੀਕ ਹੈ, ਇੱਦਾਂ ਦਾ ਨੈਣ ਨਕਸ਼ ਹੋਣਾ ਚਾਹੀਦਾ। ਤੇ ਆਹ ਸਾਰਾ ਕੁਝ ਇਹਨੇ ਸਾਰੇ ਕਾਸੇ ਨੂੰ ਅਸੀਂ ਕਰਤਾ ਗਲੋਰੀਫਾਈ, ਠੀਕ ਹੈ। ਇਸ ਨੂੰ ਜੋੜਤਾ ਸੋਹਣੀ ਸੋਹਣੀ ਚੀਜ਼ਾਂ ਨਾਲ। ਕੁਦਰਤ ਤੁਹਾਨੂੰ ਇੱਕੋ ਜਿਹਾ ਬਣਾ ਕੇ ਭੇਜਦੀ, ਇੱਕੋ ਜਿਹੇ ਰੰਗ ਦੇ ਦਿੰਦੀ, ਇੱਕੋ ਜਿਹੇ ਸਰੀਰ ਦੇ ਦਿੰਦੀ, ਇਹ ਚੀਜ਼ਾਂ ਆਉਂਦੀਆਂ ਨੇ ਤੁਹਾਡੇ 'ਚ। ਕੁਦਰਤ ਨੇ ਤੁਹਾਨੂੰ ਵੈਰਾਈਟੀ ਦਿੱਤੀ ਹੈ, ਵੇਰੀਏਸ਼ਨ ਦਿੱਤੀ ਹੈ, ਤੁਸੀਂ ਉਹਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ। ਸਭ ਤੋਂ ਪਹਿਲਾਂ ਸਾਡੇ ਸਿਸਟਮ ਨੇ ਸਾਨੂੰ ਮਿਲਾਵਟਖੋਰੀ ਦਿੱਤੀ ਹੈ, ਸਾਡੀ ਡਾਈਟ ਨਾਲ ਖਿਲਵਾੜ ਕੀਤਾ ਹੈ, ਠੀਕ ਹੈ। ਉਹਨਾਂ ਚੀਜ਼ਾਂ ਦਾ ਅਸਰ ਸਿੱਧੇ ਤੌਰ ਤੇ ਸਾਡੀ ਸਿਹਤ ਤੇ ਨਜ਼ਰ ਆਉਂਦਾ ਹੈ। ਉਹ ਚੀਜ਼ਾਂ ਨੇ ਇਸ ਮੋੜ ਤੇ ਲਿਆ ਕੇ ਖੜਾ ਕਰਤਾ ਕਿ ਮੈਂ ਚੁੱਪ ਹੋਣਾ ਸ਼ੁਰੂ ਹੋ ਗਈ, ਮੈਂ ਲੋਕਾਂ ਤੋਂ ਲੁਕਣਾ ਸ਼ੁਰੂ ਕਰਤਾ। ਮੈਂ ਕੱਪੜੇ ਬਾਰੇ ਇਹ ਸੋਚਣਾ, ਤੇਰੇ ਕਿਹੜਾ ਕੁਝ ਜਚਣਾ ਹੈ, ਤੂੰ ਕਿਹੜਾ ਸੋਹਣੀ ਲੱਗਣਾ, ਜਾਂ ਤੈਨੂੰ ਕਿਹੜਾ ਕਿਸੇ ਨੇ ਦੇਖਣਾ ਹੈ। ਇਹ ਚੀਜ਼ਾਂ ਮੇਰੇ ਮਾਈਂਡ 'ਚ ਰਹਿੰਦੀਆਂ। ਮੈਂ 2 ਸੂਟਾਂ ਨਾਲ 3 ਸਾਲ ਕੱਢਦੇ। ਮੈਨੂੰ ਉਹ ਲਾਸਟ ਦਿਨ ਯਾਦ ਆ ਜਦੋਂ ਮੈਂ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਆਪ ਨੂੰ ਦੇਖ ਦੇਖ ਕੇ ਰੋਈਆਂ, ਆਪਣੇ ਆਪ ਨੂੰ ਦੇਖ ਦੇਖ ਕੇ ਹੰਝੂ ਰੋਈਆਂ। ਉਸ ਟਾਈਮ ਮੈਂ ਦੇਖਦੀ ਰਹੀ ਕਿ ਵਿਸ਼ਾਲ ਬਸ ਕਰ ਯਾਰ, ਇਹ ਹੰਝੂ ਜੇ ਤੇਰੇ ਨਿਕਲੇ ਨੇ ਓਕੇ ਆ, ਅੱਜ ਇਸ ਦੁੱਖ ਲਈ ਰੱਜ ਕੇ ਰੋ ਲਾ, ਅੱਜ ਤੋਂ ਬਾਅਦ ਇਸ ਦੁੱਖ ਵਾਸਤੇ ਰੋਣਾ ਨਹੀਂ ਤੂੰ। 90 ਜਣਿਆਂ ਨੇ ਕਿਹਾ ਸਾਨੂੰ 24 ਕੁੜੀਆਂ ਬੜੀਆਂ ਪਸੰਦ ਨੇ, ਠੀਕ ਹੈ, ਵਿਆਹ ਦੇ ਲਈ ਨਹੀਂ ਪਸੰਦ ਨਹੀਂ। ਚਲੋ ਮੈਂ ਉਹਦਾ ਜਵਾਬ ਪੜ੍ਹ ਕੇ ਨਾ ਇੱਦਾਂ ਸੋਚਿਆ, ਮੈਂ ਕਿਹਾ ਸ਼ੁਕਰ ਹੈ ਭਰਾਵਾ ਤੂੰ ਮਰਦਾਂ ਦੀ ਲਾਜ ਰੱਖ ਲਈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬੀ ਸੋਸ਼ਲ। ਸਰਤਾਜ ਹੋਰਾਂ ਦਾ ਇੱਕ ਸ਼ੇਅਰ ਹੈ, ਲੋਕੀ ਚਾਨਣੀਆਂ ਦੇ ਆਸ਼ਕ ਪਰ ਮੈਂ ਧੁੱਪ ਦਾ ਆਸ਼ਕ ਹਾਂ, ਲੋਕੀ ਸ਼ੋਰ ਸ਼ਰਾਬਾ ਚਾਹੁੰਦੇ ਪਰ ਮੈਂ ਚੁੱਪ ਦਾ ਆਸ਼ਕ ਹਾਂ। ਦੁਨੀਆ 'ਚ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਜਿਸ ਤਰ੍ਹਾਂ ਦਾ ਸਮਾਜਿਕ ਤਾਣਾ ਬਾਣਾ ਚੱਲ ਰਿਹਾ ਹੈ, ਜਿਸ ਤਰ੍ਹਾਂ ਦੀਆਂ ਪਰੰਪਰਾਵਾਂ ਸਮਾਜ ਨੇ ਚਲਾਈਆਂ ਹੋਈਆਂ ਨੇ, ਉਹਨਾਂ ਤੋਂ ਹਟ ਕੇ ਆਪਣੀ ਇੱਕ ਵੱਖਰੀ ਹੋਂਦ ਲੈ ਕੇ ਵਿਚਰਦੇ ਨੇ। ਸਹਿਜੇ ਹੀ ਅਜਿਹੇ ਲੋਕਾਂ ਦੀ ਜ਼ਿੰਦਗੀ ਔਖੀ ਹੁੰਦੀ ਹੈ ਮੁਕਾਬਲਨ ਉਹਨਾਂ ਲੋਕਾਂ ਦੇ ਜਿਹੜੇ ਸਮਾਜ ਦੀਆਂ ਬਣਾਈਆਂ ਹੋਈਆਂ ਪਗਡੰਡੀਆਂ ਦੇ ਉੱਤੇ ਚੱਲਦੇ ਨੇ। ਬਹੁਤ ਸਾਰੀਆਂ ਧਾਰਨਾਵਾਂ ਅਸੀਂ ਆਪੇ ਬਣਾਈਆਂ ਹੋਈਆਂ ਤੇ ਆਪੇ ਬਣਾ ਕੇ ਅਸੀਂ ਉਹਨਾਂ 'ਚ ਇੰਨੇ ਉਲਝ ਗਏ ਹਾਂ ਕਿ ਉਹਨਾਂ ਤੋਂ ਬਾਹਰ ਨਿਕਲਣਾ ਸਾਡੇ ਲਈ ਔਖਾ ਹੋ ਰਿਹਾ ਹੈ ਬਹੁਤ ਜ਼ਿਆਦਾ, ਬਸ਼ਰਤੇ ਕਿ ਇਸ ਵੇਲੇ ਸਾਡਾ ਉਹਨਾਂ ਦੇ ਵਿੱਚ ਬੇਸ਼ੱਕ ਦਮ ਘੁੱਟ ਰਿਹਾ ਹੋਵੇ। ਅਜਿਹੀ ਹੀ ਇੱਕ ਜਿਹੜੀ ਵੱਡੀ ਸੋਚ ਹੈ ਉਹ ਇਹ ਹੈ ਕਿ ਜੇ ਕੁੜੀ ਹੈ, ਕੁੜੀ ਦਾ ਗੋਰਾ ਹੋਣਾ ਬਹੁਤ ਜ਼ਰੂਰੀ ਹੈ ਤੇ ਉਹਦਾ ਪਤਲਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਕੁੜੀ ਸੋਹਣੀ ਲੱਗ ਸਕੇ। ਅਸੀਂ ਇੱਕ ਮਾਪਦੰਡ ਬਣਾ ਦਿੱਤੇ, ਜਿਹੜਾ ਕੋਈ ਚਾਹੇ ਉਹ ਕੁੜੀ ਹੈ ਜਾਂ ਮੁੰਡਾ, ਜਿਹੜਾ ਕੋਈ ਉਸ ਮਾਪਦੰਡ ਦੇ ਉੱਤੇ ਖਰਾ ਨਹੀਂ ਉਤਰਦਾ, ਇੱਕ ਹਾਸ਼ੀਆਗਤ ਜਿਹੜਾ ਪੈਮਾਨਾ ਅਸੀਂ ਉਹਨੂੰ ਦਿੱਤਾ ਹੈ, ਜਿਹੜਾ ਕੋਈ ਉਹਦੇ ਵਿੱਚ ਫਿੱਟ ਨਹੀਂ ਆਉਂਦਾ, ਸਾਨੂੰ ਲੱਗਦਾ ਕਿ ਇਹ ਸਾਡੇ ਸਮਾਜ ਦਾ ਹਿੱਸਾ ਨਹੀਂ ਬਣ ਸਕਦਾ। ਪਰ ਤੁਹਾਡੇ ਬੋਲੇ ਹੋਏ ਉਹ ਚੰਦ ਸ਼ਬਦ ਸਾਹਮਣੇ ਵਾਲੇ ਬੰਦੇ ਦੀ ਮਾਨਸਿਕਤਾ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਕਰਦੇ ਨੇ, ਕਿਵੇਂ ਦੀ ਉਹਨਾਂ ਦੀ ਉਸ ਵੇਲੇ ਮਾਨਸਿਕ ਸਥਿਤੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੇ ਰੰਗ ਨੂੰ ਲੈ ਕੇ ਜਾਂ ਕਿਸੇ ਦੇ ਕੱਦ ਕਾਠ ਨੂੰ ਲੈ ਕੇ, ਕਿਸੇ ਦੇ ਸਰੀਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਨਾਲ ਕਰਦੇ ਹੋ, ਕਿਸੇ ਵੀ ਤਰ੍ਹਾਂ ਦੀ ਜਿਹੜੀ ਤੰਜਮਈ ਸ਼ਬਦਾਵਲੀ ਹੈ ਤੁਸੀਂ ਜਦੋਂ ਵਰਤਦੇ ਹੋ, ਸਾਹਮਣੇ ਵਾਲੇ ਬੰਦੇ 'ਤੇ ਕੀ ਗੁਜ਼ਰਦਾ। ਅਜਿਹੀ ਹੀ ਇੱਕ ਸ਼ਖਸੀਅਤ ਦੇ ਮੈਂ ਤੁਹਾਨੂੰ ਅੱਜ ਰੂਬਰੂ ਕਰਵਾਵਾਂਗੀ, ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਸਮੱਸਿਆ ਦੇ ਵਿੱਚੋਂ ਬਹੁਤ ਮੁਸ਼ਕਿਲ ਦੇ ਨਾਲ ਉਭਾਰਿਆ, ਪਰ ਇੰਨੇ ਬਿਹਤਰ ਢੰਗ ਦੇ ਨਾਲ ਉਭਾਰਿਆ ਕਿ ਅੱਜ ਉਹ ਸਾਡੇ ਸਾਰਿਆਂ ਦੇ ਲਈ ਇੱਕ ਪ੍ਰੇਰਨਾ ਸਰੋਤ ਨੇ, ਮਿਸਾਲ ਬਣੇ ਹੋਏ ਨੇ। ਉਹਨਾਂ ਬਹੁਤ ਸਾਰੀਆਂ ਬੱਚੀਆਂ ਲਈ, ਕੁੜੀਆਂ ਲਈ, ਔਰਤਾਂ ਲਈ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਕਹਾਣੀ ਤੋਂ, ਜਿਨ੍ਹਾਂ ਨੂੰ ਕਿਤੇ ਨਾ ਕਿਤੇ ਸਾਡੇ ਸਮਾਜ ਦੀ ਇਸ ਸੋਚ ਨੇ ਹਾਸ਼ੀਏ 'ਤੇ ਧੱਕ ਦਿੱਤਾ ਕਿ ਜੇਕਰ ਤੁਸੀਂ ਸਰੀਰਕ ਤੌਰ 'ਤੇ ਇਹਨਾਂ ਪੈਮਾਨਿਆਂ ਦੇ ਉੱਤੇ ਖਰੇ ਨਹੀਂ ਉਤਰਦੇ, ਤੁਸੀਂ ਇਸ ਸਮਾਜ ਦੇ ਲਾਇਕ ਨਹੀਂ ਹੋ। ਤੁਹਾਡੇ ਰੂਬਰੂ ਕਰਵਾ ਰਹੀ ਹਾਂ ਮੈਂ ਵਿਸ਼ਾਲਦੀਪ ਹੋਰਾਂ ਨੂੰ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਮੈਂ ਬਹੁਤ ਵਧੀਆ, ਤੁਸੀਂ ਦੱਸੋ? ਬੀ ਸੋਸ਼ਲ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਤੇ ਇੰਨਾ ਸੋਹਣਾ ਟੌਪਿਕ ਜਿਹੜਾ ਉਹ ਸਿਲੈਕਟ ਕੀਤਾ। ਈਵਨ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਖਾਸ ਕਰਕੇ ਨਾ ਵਿਸ਼ਾਲਦੀਪ ਐਵੇਂ ਦੇ ਵਿਸ਼ਿਆਂ ਦੇ ਉੱਤੇ ਕੋਈ ਛੇਤੀ ਕਰਕੇ ਗੱਲ ਨਹੀਂ ਕਰਨੀ ਚਾਹੁੰਦਾ ਜੀ, ਹੈ ਨਾ। ਇੱਕ ਧਾਰਨਾ ਬਣੀ ਹੋਈ ਹੈ ਕਿ ਕੁੜੀਆਂ ਨਾ ਕਹਿੰਦੇ ਵੀ ਪਤਲੀਆਂ ਹੀ ਸੋਹਣੀਆਂ ਲੱਗਦੀਆਂ ਨੇ,
ਜੀ ਬਿਲਕੁਲ ਸਰੀਰਕ ਸੰਰਚਨਾ ਹਰ ਕਿਸੇ ਦੀ ਵੱਖਰੀ ਹੁੰਦੀ ਹੈ। ਜੀ ਬਹੁਤ ਸਾਰੇ ਬਦਲਾਅ ਸਮੇਂ-ਸਮੇਂ ਦੇ ਉੱਤੇ ਔਰਤ ਦੇ ਸਰੀਰ ਦੇ ਵਿੱਚ ਆਉਂਦੇ ਨੇ। ਹਰ ਕਿਸੇ ਦਾ ਸਰੀਰ ਇੱਕੋ ਵਰਗਾ ਨਹੀਂ ਹੁੰਦਾ। ਭੈਣਾਂ ਭਰਾਵਾਂ ਦੇ ਵਿੱਚ ਵੀ ਸਿਹਤ ਦਾ ਬਹੁਤ ਫਰਕ ਹੁੰਦਾ ਹੈ ਜੀ ਬਿਲਕੁਲ ਨਾ। ਪਰ ਅਸੀਂ ਜਜਮੈਂਟਲ ਹੋ ਜਾਂਦੇ ਆ। ਅਸੀਂ ਕਿਸੇ ਨੂੰ ਊਂ ਵੀ ਮਿਲੀਏ ਨਾ, ਤੂੰ ਇੰਨਾ ਮੋਟਾ ਕਿਉਂ ਹੋ ਗਿਆ, ਜਾਂ ਤੂੰ ਇੰਨੀ ਕਮਜ਼ੋਰ ਕਿਉਂ ਹੋ ਗਈ ਜੀ ਹੈ ਨਾ, ਜਾਂ ਤੂੰ ਪਤਲਾ ਨਹੀਂ ਹੋਣਾ, ਬਿਲਕੁਲ ਕਿਵੇਂ ਦਾ ਹਾਲ ਬਣਾਇਆ। ਕਿ ਅਸੀਂ ਨਹੀਂ ਸੋਚਦੇ ਕਿ ਉਸ ਚੀਜ਼ ਦਾ ਸਾਹਮਣੇ ਵਾਲੇ ਦੇ ਉੱਤੇ, ਜਾਂ ਉਹ ਇਸ ਵੇਲੇ ਕਿਸ ਸਥਿਤੀ ਦੇ ਵਿੱਚ ਹੈ, ਜਾਂ ਉਹਦੇ ਤੇ ਤੁਹਾਡੀ ਗੱਲ ਸੁਣਨ ਤੋਂ ਬਾਅਦ ਕੀ ਗੁਜ਼ਰੇਗੀ। ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਰਣਦੀਪ ਜੀ, ਇੱਕ ਚੀਜ਼ ਹੈਗੀ ਹੈ ਕਿ ਸਾਡੇ ਸਮਾਜ ਦੇ ਵਿੱਚ ਨਾ ਕੁਝ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਨੇ ਕਿ ਪਤਲਾ ਹੋਣਾ, ਲੰਮੇ ਹੋਣਾ, ਗੋਰੇ ਹੋਣਾ, ਠੀਕ ਹੈ, ਇੱਦਾਂ ਦਾ ਨੈਣ ਨਕਸ਼ ਹੋਣਾ ਚਾਹੀਦਾ। ਤੇ ਆਹ ਸਾਰਾ ਕੁਝ ਇਹਨੇ ਸਾਰੇ ਕਾਸੇ ਨੂੰ ਅਸੀਂ ਕਰਤਾ ਗਲੋਰੀਫਾਈ, ਠੀਕ ਹੈ, ਇਸ ਨੂੰ ਜੋੜਤਾ ਸੋਹਣੀ ਸੋਹਣੀ ਚੀਜ਼ਾਂ ਨਾਲ, ਠੀਕ ਹੈ। ਤੇ ਇੱਕ ਪਾਸੇ ਅਸੀਂ ਉਹਦੀ ਵਿਰੋਧਤਾ ਖੜੀ ਕਰਤੀ ਕਿ ਜੇ ਤੁਸੀਂ ਇਹਨਾਂ ਟਰਮਸ ਐਂਡ ਕੰਡੀਸ਼ਨਸ ਦੇ ਖਰੇ ਨਹੀਂ ਉਤਰਦੇ ਤਾਂ ਤੁਸੀਂ ਕੁਝ ਨਹੀਂ ਹੈਗੇ, ਤੁਹਾਡਾ ਸਮਾਜ ਤੁਹਾਨੂੰ ਐਕਸੈਪਟ ਨਹੀਂ ਕਰਦਾ। ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਜਦੋਂ ਇਹ ਗੱਲ ਕਹਿ ਦਿੰਦੇ ਹੋ ਨਾ, ਤਾਂ ਤੁਸੀਂ ਸਭ ਤੋਂ ਪਹਿਲਾਂ ਕੁਦਰਤ ਦੇ ਵਿਰੋਧੀ ਹੋ। ਜੇਕਰ ਇਹ ਤੁਹਾਡੇ ਬਣਾਏ ਹੋਏ ਪੈਮਾਨੇ ਸਹੀ ਹੁੰਦੇ ਤਾਂ ਪਹਿਲਾਂ ਕੁਦਰਤ ਹੀ ਬਣਾ ਕੇ ਭੇਜਦੀ। ਬਿਲਕੁਲ, ਕੁਦਰਤ ਤੁਹਾਡੇ 'ਚ ਡਿਫਰੈਂਸਿਸ ਹੀ ਨਾ ਲੈ ਕੇ ਆਉਂਦੀ। ਕੁਦਰਤ ਤੁਹਾਨੂੰ ਇੱਕੋ ਜਿਹਾ ਬਣਾ ਕੇ ਭੇਜਦੀ, ਇੱਕੋ ਜਿਹੇ ਰੰਗ ਦੇ ਦਿੰਦੀ, ਇੱਕੋ ਜਿਹੇ ਸਰੀਰ ਦੇ ਦਿੰਦੀ। ਇਹ ਚੀਜ਼ਾਂ ਆਉਂਦੀਆਂ ਨੇ ਤੁਹਾਡੇ 'ਚ। ਕੁਦਰਤ ਨੇ ਤੁਹਾਨੂੰ ਵੈਰਾਈਟੀ ਦਿੱਤੀ ਹੈ, ਵੇਰੀਏਸ਼ਨ ਦਿੱਤੀ ਹੈ, ਤੁਸੀਂ ਉਹਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ। ਇੱਥੇ ਕਮਜ਼ੋਰੀ ਸਾਡੇ 'ਚ ਆ। ਇਹ ਸਾਡੇ ਬਣਾਏ ਹੋਏ ਰੂਮਰਸ ਨੇ ਜਿਨ੍ਹਾਂ ਨੇ ਕਈ ਲੋਕਾਂ ਦੇ ਵਿੱਚ ਟਰੋਮਾਸ ਪੈਦਾ ਕਰਤੇ ਅਨਫੋਰਚੂਨੇਟਲੀ। ਅਸੀਂ ਜਿਹੜਾ ਸਮਾਜ ਹੈ ਉਹ ਖੁਦ ਇੱਕ ਮਾਨਸਿਕ ਰੋਗਤਾ ਨਾਲ ਪੀੜਤ ਹੈ, ਜਿਹੜਾ ਸਾਡਾ ਸਮਾਜ ਹੈ, ਠੀਕ ਹੈ। ਸਾਡੇ ਜਿਹੜੇ ਦਿਮਾਗਾਂ ਨੂੰ ਟ੍ਰੇਨ ਇੱਦਾਂ ਕਰਤਾ ਗਿਆ, ਮੈਂ ਸਾਰਿਆਂ ਦਾ ਕਸੂਰ ਇੱਦਾਂ ਨਹੀਂ ਗਿਣ ਸਕਦੀ, ਲੇਕਿਨ ਸਾਡੇ ਦਿਮਾਗਾਂ ਨੂੰ ਟ੍ਰੇਨ ਹੀ ਇੱਦਾਂ ਕੀਤਾ ਗਿਆ ਕਿ ਆ ਹੋਣਾ ਸੋਹਣਾ ਤੇ ਆ ਹੋਣਾ ਮਾੜਾ ਹੈ, ਠੀਕ ਹੈ। ਤੇ ਉਹ ਸੋਹਣੇ ਤੇ ਮਾੜੇ ਦੇ ਚੱਕਰ ਦੇ ਵਿੱਚ ਅਸੀਂ ਬਹੁਤ ਜਣਿਆਂ ਦਾ ਸ਼ੋਸ਼ਣ ਕਰੀ ਜਾਂਦੇ ਹਾਂ, ਲਗਾਤਾਰ ਕਰੀ ਜਾਂਦੇ ਹਾਂ। ਉਹ ਸ਼ੋਸ਼ਣ ਦੇ ਵਿੱਚੋਂ ਮੈਂ ਤੇ ਮੇਰੇ ਵਰਗੀਆਂ ਕਈ ਕੁੜੀਆਂ, ਔਰਤਾਂ ਇਸ ਚੀਜ਼ 'ਚੋਂ ਹਰ ਰੋਜ਼ ਲੰਘ ਰਹੀਆਂ ਨੇ, ਹਰ ਰੋਜ਼ ਪੀੜਤ ਹੋ ਰਹੀਆਂ ਨੇ। ਤੇ ਉਸ ਤੋਂ ਬਾਅਦ ਜੋ ਉਹਨਾਂ ਦਾ ਹਸ਼ਰ ਹੁੰਦਾ ਹੈ, ਤੁਸੀਂ ਨਹੀਂ ਜਾਣਦੇ ਹੈਗੇ ਕਿ ਉਹਨਾਂ ਦਾ ਕੌਨਫੀਡੈਂਸ ਲੈਵਲ ਕਿੱਦਾਂ ਜਾਂਦਾ। ਤੁਸੀਂ ਨਹੀਂ ਜਾਣਦੇ ਹੈਗੇ ਕਿ ਉਹ ਇਹਨਾਂ ਚੀਜ਼ਾਂ 'ਚੋਂ ਲੰਘ ਕੇ ਜੋ ਕਰ ਸਕਦੀਆਂ ਨੇ ਉਹ ਕਰ ਨਹੀਂ ਪਾਉਂਦੀਆਂ। ਵਿਸ਼ਾਲਦੀਪ, ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਖਜ਼ਾਰਚੀ ਹੋ ਜੀ ਨਾ। ਤੁਸੀਂ ਇੱਕ ਵਿਦਿਆਰਥੀ ਜੀਵਨ ਦੇ ਵਿੱਚ ਸਾਡੇ ਕੋਲ ਬਿਲਕੁਲ ਵੱਖਰੇ ਅਨੁਭਵ ਹੁੰਦੇ ਆ, ਪਰ ਤੁਸੀਂ ਕਿਹਾ ਸੀ ਕਿ ਤੁਸੀਂ ਕਾਲਜ ਦੇ 3 ਸਾਲ ਸਿਰਫ 2 ਸੂਟਾਂ ਦੇ ਵਿੱਚ ਕੱਢਤੇ ਤੇ ਆਪਣੇ ਆਪ ਨੂੰ ਬਿਲਕੁਲ ਘਰ ਦੇ ਵਿੱਚ ਬੰਦ ਰੱਖਿਆ ਕਾਲਜ ਤੋਂ ਬਾਅਦ, ਕਿਉਂਕਿ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਇਹ ਦੁਨੀਆ ਜਿਹੜੇ ਆਲੇ ਦੁਆਲੇ ਜਿਹੜੇ ਲੋਕਾਂ ਦੇ ਵਿੱਚ ਮੈਂ ਵਿਚਰ ਰਹੀ ਹਾਂ, ਮੈਂ ਕਿਸੇ ਨੂੰ ਚੰਗੀ ਨਹੀਂ ਲੱਗਦੀ। ਅਜਿਹਾ ਕੀ ਸੀ? ਦੇਖੋ ਕੀ ਹੋਇਆ ਕਿ ਮੈਂ ਹੁਣ ਜੇ ਇਹ ਗੱਲ ਟੌਪਿਕ ਛਿੜਿਆ ਨਾ ਤਾਂ ਤੁਹਾਨੂੰ ਬਹੁਤ ਤਕੜੇ ਹੋਣਾ ਪੈਣਾ ਇਹ ਚੀਜ਼ਾਂ ਸੁਣਨ ਵਾਸਤੇ। ਮੈਂ ਆਪਣੇ ਸਰੋਤਿਆਂ ਨੂੰ ਕਹਿ ਰਹੀ ਹਾਂ, ਬਹੁਤ ਤਕੜੇ ਹੋਣਾ ਪੈਣਾ ਤੁਹਾਨੂੰ ਚੀਜ਼ਾਂ ਸੁਣਨ ਵਾਸਤੇ। ਸਭ ਤੋਂ ਪਹਿਲਾਂ ਸਾਡੇ ਸਿਸਟਮ ਨੇ ਸਾਨੂੰ ਮਿਲਾਵਟਖੋਰੀ ਦਿੱਤੀ ਹੈ, ਸਾਡੀ ਡਾਈਟ ਨਾਲ ਖਿਲਵਾੜ ਕੀਤਾ ਹੈ, ਠੀਕ ਹੈ। ਉਹਨਾਂ ਚੀਜ਼ਾਂ ਦਾ ਅਸਰ ਸਿੱਧੇ ਤੌਰ 'ਤੇ ਸਾਡੀ ਸਿਹਤ 'ਤੇ ਨਜ਼ਰ ਆਉਂਦਾ ਹੈ, ਸਿੱਧੇ ਤੌਰ 'ਤੇ, ਠੀਕ ਹੈ। ਤੁਸੀਂ ਜੋ ਖਾ ਰਹੇ ਹੋ, ਜੋ ਕੰਜ਼ਿਊਮ ਕਰ ਰਹੇ ਹੋ, ਤੁਸੀਂ ਉੱਦਾਂ ਦਾ ਹੀ ਹੋਣਾ। ਮੈਂ ਆਪਣੀ ਜੇ ਗੱਲ ਕਰਾਂ ਤਾਂ ਜੇ ਸਕੂਲ ਟਾਈਮ ਦੀ ਮੈਂ ਗੱਲ ਕਰਾਂ, ਸਕੂਲ ਟਾਈਮ ਤੋਂ ਪਹਿਲਾਂ ਮੈਂ ਬਹੁਤ ਇੱਕ ਜਿਵੇਂ ਨੋਰਮਲੀ ਬੱਚੇ ਹੁੰਦੇ ਨੇ ਉੱਦਾਂ ਹੀ ਬੜੇ ਪਤਲੀ ਜੀ ਹੁੰਦੇ ਨੇ ਨਾ, ਜਿਵੇਂ ਸਿੰਗ ਸਲਾਈ ਜੇ ਇੱਦਾਂ ਦੇ ਬੱਚੇ, ਮੈਂ ਇੱਦਾਂ ਦੀ ਹੁੰਦੀ ਸੀ। ਆਲ ਆਫ ਸਡਨ ਕੀ ਹੋਇਆ ਕਿ ਮੈਨੂੰ ਜਿਹੜੇ ਹੈ ਉਹ ਪੀਰੀਅਡਸ ਸ਼ੁਰੂ ਹੋਏ ਆ ਤੇ ਉਹ ਬੜੀ ਹੀ ਅਰਲੀ ਏਜ 'ਚ ਸ਼ੁਰੂ ਹੋ ਗਏ। ਮੈਂ ਕੋਈ 5th ਕਲਾਸ 'ਚ ਸੀ ਜਦੋਂ ਉਹ ਸ਼ੁਰੂ ਹੋ ਗਏ, ਠੀਕ ਹੈ। ਉਦੋਂ ਮੈਂ ਕੌਨਸ਼ੀਅਸ ਨਹੀਂ ਸੀ, ਮੈਨੂੰ ਨਹੀਂ ਪਤਾ ਸੀ ਇਹ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਇੱਥੇ ਮੈਂ ਨਾਲ ਜੋੜ ਦੀ ਗੱਲ ਮਾਵਾਂ ਨੂੰ ਕਹਿਣਾ ਚਾਹਾਂਗੀ, ਅੱਜ ਇਹ ਸਮੱਸਿਆ ਬਹੁਤ ਵੱਡੇ ਲੈਵਲ 'ਤੇ ਹੈ, ਬਹੁਤ ਵੱਡੇ ਲੈਵਲ 'ਤੇ। ਤੁਹਾਡੇ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਪੀਰੀਅਡਸ ਕੀ ਨੇ, ਤੁਹਾਡੇ ਬੱਚੇ ਨੂੰ ਨਹੀਂ ਪਤਾ ਹੁੰਦਾ ਇਹਨਾਂ ਨੂੰ ਸਾਂਭਣਾ ਕਿੱਦਾਂ, ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਇਹਨੂੰ ਟਰੈਕ ਕਿੱਦਾਂ ਕਰਨਾ ਹੈ। ਤੁਸੀਂ ਮਾਵਾਂ ਹੋ, ਤੁਸੀਂ ਆਪਣੀ ਬੱਚੀ ਦੇ ਪੀਰੀਅਡਸ ਜਿੱਦਣ ਤੋਂ ਸ਼ੁਰੂ ਹੁੰਦੇ ਨੇ ਉਹਨੂੰ ਟਰੈਕ ਕਰਨਾ ਸ਼ੁਰੂ ਕਰੋ, ਲਿਖਣਾ ਸ਼ੁਰੂ ਕਰੋ ਕਿਸ ਤਰ੍ਹਾਂ ਹੋ ਰਹੇ ਨੇ, ਕਿਹੜੀ ਉਮਰ 'ਚ ਸ਼ੁਰੂ ਹੋਇਆ। ਜੇ ਅਰਲੀ ਏਜ 'ਚ ਸ਼ੁਰੂ ਹੋਇਆ ਤੁਹਾਡਾ ਫਰਜ਼ ਬਣਦਾ ਡਾਕਟਰ ਨੂੰ ਕੰਸਲਟ ਕਰਨ ਦਾ, ਜਿਹੜਾ ਕਿ ਅਸੀਂ ਨਹੀਂ ਕਰਦੇ। ਅਸੀਂ ਕੀ ਕਰਦੇ ਹਾਂ, ਹੋ ਗਏ ਸ਼ੁਰੂ, ਕੋਈ ਨਹੀਂ ਆਹ ਚੀਜ਼ਾਂ ਹੈਗੀਆਂ ਨੇ, ਤੂੰ ਨਾ ਭਾਈ ਆਹ ਕਰਨਾ, ਠੀਕ ਹੈ। ਉਲਟਾ ਅਸੀਂ ਉਹਨੂੰ ਜਿਹੜੀ ਸਿੱਖਿਆਵਾਂ ਦੇਣੀਆਂ, ਉਹ ਸਿੱਖਿਆਵਾਂ ਦੇ ਵਿੱਚ ਕੀ ਹੁੰਦਾ, ਪੌਦਿਆਂ ਨੂੰ ਹੱਥ ਨਾ ਲਾਈ, ਠੀਕ ਹੈ, ਫਲਾਣੇ ਧਾਰਮਿਕ ਸਥਾਨ 'ਤੇ ਨਾ ਜਾਈ, ਅਚਾਰ ਨੂੰ ਹੱਥ ਨਾਲ ਲਾਦੀ ਖਰਾਬ ਹੋ ਜਾਊਗਾ, ਠੀਕ ਹੈ। ਇੱਦਾਂ ਦੀਆਂ
ਧੱਕਿਆਂ ਨੂੰ ਸੀ ਇੱਕ ਗੱਲਾਂ ਉਹਨਾਂ ਦੇ ਡਰ ਮਨ ਬੱਚੇ ਦੇ ਮਨ 'ਚ ਹੋਰ ਪਾ ਦਿੰਨੇ ਆ ਪਾ ਦਿੰਦੇ ਆ। ਠੀਕ ਹੈ, ਉਹ ਜਿਹੜੀ ਚੀਜ਼ਾਂ ਨੂੰ ਤਾਂ ਉਹਨੇ ਦੇਖਣਾ ਹੈ, ਸਾਂਭਣਾ ਹੈ, ਉਹਨੂੰ ਸਾਂਭਣ ਦੀ ਬਜਾਏ ਉਹ ਇਹਨਾਂ ਚੀਜ਼ਾਂ 'ਚ ਪੈ ਜਾਂਦਾ ਵੀ ਕਿਤੇ ਮੇਰੇ ਤੋਂ ਪਾਪ ਤਾਂ ਨਹੀਂ ਹੋ ਜਾਊਗਾ ਜਦੋਂ ਮੈਂ ਐਂ ਕਰੂੰ। ਠੀਕ ਹੈ, ਮੈਨੂੰ ਬੜੀ ਅਰਲੀ ਏਜ 'ਚ ਸ਼ੁਰੂ ਹੋ ਗਏ, ਮੈਂ ਉਸ ਚੀਜ਼ ਦੇ ਵਿੱਚ ਉਸ ਪ੍ਰੋਸੈਸ ਦੇ ਵਿੱਚ ਅੱਗੇ ਵੱਧ ਪਈ। ਠੀਕ ਹੈ, ਨਾਰਮਲੀ ਜਿਵੇਂ ਅਸੀਂ ਕਰਦੇ ਆ ਉਹਦਾ ਸਾਰਾ ਕੁਝ ਚੱਲਦਾ ਰਿਹਾ। ਇੱਕ ਏਜ ਆਈ, ਮੈਂ 15 ਸਾਲ ਦੀ ਹੋ ਗਈ, ਆਲ ਆਫ ਸਡਨ ਉਹ ਚੀਜ਼ ਬੰਦ ਹੋ ਗਈ। ਅੱਛਾ। ਉੱਥੇ ਮੇਰੇ ਸਰੀਰ ਤੇ ਫੈਟ ਥੋੜਾ ਥੋੜਾ ਆਉਣਾ ਸ਼ੁਰੂ ਹੋ ਗਿਆ। ਮੈਂ ਨਹੀਂ ਕਹੂੰਗੀ ਕਿ ਮੈਂ ਇੱਕਦਮ ਬਹੁਤ ਮੋਟੀ ਹੋ ਗਈ, ਮੇਰੇ ਥੋੜਾ ਥੋੜਾ ਫੈਟ ਆਉਣਾ ਸ਼ੁਰੂ ਹੋ ਗਿਆ। ਮੈਨੂੰ ਹੌਲੀ ਹੌਲੀ ਕਰਕੇ ਮਿਹਣੇ ਵੱਜਣੇ ਸ਼ੁਰੂ ਹੋ ਗਏ। ਹਾਲਾਂਕਿ 15 ਸਾਲ ਦਾ ਬੱਚਾ ਹੁੰਦਾ, 15 ਸਾਲ ਦੇ ਬੱਚੇ ਨੂੰ ਬੱਚਾ ਕਿਹਾ ਜਾ ਸਕਦਾ, ਕੁੜੀ ਵੀ ਨਹੀਂ ਕਹਿੰਦੇ ਅਸੀਂ ਜੀ, ਬੱਚਾ ਕਹਿੰਦੇ ਆ। ਉਦੋਂ ਮੈਨੂੰ ਸਾਰਿਆਂ ਨੇ ਕਹਿਣਾ ਸ਼ੁਰੂ ਕਰਤਾ, ਹਾਏ ਤੂੰ ਤਾਂ ਬਹੁਤ ਮੋਟੀ ਹੋ ਰਹੀ ਹੈ, ਹਾਏ ਹਾਏ ਤੂੰ ਤਾਂ ਬਹੁਤ ਮੋਟੀ ਹੋ ਗਈ। ਮੇਰੇ ਆਂਟੀ ਮੇਰੀ ਰਿਸ਼ਤੇਦਾਰੀ ਚੋਂ ਮੈਨੂੰ ਉਸ ਦਿਨ ਸਾਡੇ ਘਰ ਆਏ ਹੋਏ, ਮੈਂ ਬੜੇ ਚਾਵਾਂ ਨਾਲ ਕੰਮ ਕਰ ਰਹੀ ਹਾਂ, ਮੇਰੀ ਆਦਤ ਜਿਵੇਂ ਘਰ ਦੇ ਆਪਾਂ ਨੂੰ ਲਾਉਂਦੇ ਨੇ ਨਾਲ ਮੰਮਾ ਦੇ ਕੰਮ ਕਰਾ ਰਹੇ ਆ, ਤੇ ਮੈਨੂੰ ਬਹਿ ਕੇ ਪਤਾ ਕੀ ਕਹਿੰਦੇ ਮੈਨੂੰ ਨਾ ਇਹਦੀ ਉਹ ਫਿਕਰ ਹੈ ਸਿਰਫ। ਮੈਂ 15 ਸਾਲ ਦੀ ਹਾਂ, ਮੈਂ ਕੋਈ ਇਹ ਨਹੀਂ ਹੋ ਗਈ ਕਿ 18 ਪਲੱਸ ਹੋ ਗਈ ਹਾਂ, ਮੈਂ 15 ਸਾਲ ਦੀ ਹਾਂ ਉਸ ਟਾਈਮ। ਮੈਨੂੰ ਤਾਂ ਸਿਰਫ ਇਹਦੀ ਉਹ ਫਿਕਰ ਹੈ, ਸਾਡੇ ਘਰ ਦੀਆਂ ਸਾਰੀਆਂ ਕੁੜੀਆਂ ਸੋਹਣੀਆਂ ਨੇ, ਪਤਲੀਆਂ ਨੇ, ਗੋਰੀਆਂ ਨੇ, ਤੇ ਇਹਨੂੰ ਕਿਸੇ ਨੇ ਨਹੀਂ ਪਸੰਦ ਕਰਨਾ, ਪਤਾ ਨਹੀਂ ਕੌਣ ਇਹਨਾਂ ਵਿਆਹ ਕਰਾਊਗਾ। ਮੇਰੇ ਨਾਲ ਬੈਠੇ ਦੂਜੇ ਆਂਟੀ ਉਹ ਕਹਿ ਰਹੇ ਨੇ, ਨਾ ਨਾ ਐ ਨਹੀਂ ਕਹੀਦਾ ਹੁੰਦਾ ਭੈਣੇ, ਹਨਾ ਕੋਈ ਨਾ ਕੋਈ ਅੰਕਲ ਤਾਂ ਮਿਲ ਹੀ ਜਾਊਗਾ ਇਹਨੂੰ, ਇਹਦੇ ਵਰਗਾ। ਅੱਛਾ। ਉਸ ਉਮਰ ਦੇ ਵਿੱਚ ਮੈਨੂੰ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ। ਠੀਕ ਹੈ, ਤੇ ਮੈਂ ਇੱਕ ਬੱਚਾ ਕੀ ਜਵਾਬ ਦਊਗਾ ਇਸ ਗੱਲ ਦਾ? ਮਨ ਦੇ ਉੱਤੇ ਕੀ ਅਸਰ? ਮੈਨੂੰ 15 ਸਾਲ ਦੇ ਬੱਚੇ ਨੂੰ ਕੀ ਪਤਾ ਕਿ ਵਿਆਹ ਕੀ ਹੁੰਦਾ ਹੈ, ਕੀ ਪਤਾ ਕਿ ਮਰਦ ਕਿੱਦਾਂ ਪਛਾਣਦਾ, ਕਿੱਦਾਂ ਪਸੰਦ ਕਰਦਾ, ਉਹਨੂੰ ਕੀ ਪਤਾ ਕਿ ਮੇਰੀ ਫਿਜ਼ੀਕ ਕਿੱਦਾਂ ਦੀ ਹੋਣੀ ਚਾਹੀਦੀ ਹੈ, ਉਹਨੂੰ ਕੀ ਪਤਾ ਮੈਂ ਆਪਣਾ ਫਿਗਰ ਕਿੱਦਾਂ ਮੇਨਟੇਨ ਕਰਨਾ, ਉਹਨੂੰ ਨਹੀਂ ਪਤਾ। ਚਲੋ ਮੈਂ ਇਹਨਾਂ ਚੀਜ਼ਾਂ ਨਾਲ ਸਟ੍ਰੈਸ ਲੈਵਲ ਵੱਧਦਾ ਗਿਆ, ਕੌਨਫੀਡੈਂਸ ਘਟਦਾ ਗਿਆ। ਹਰ ਇੱਕ ਬੰਦਾ ਪੁਆਇੰਟ ਆਊਟ ਕਰ ਰਿਹਾ, ਤੂੰ ਤਾਂ ਬਹੁਤ ਮੋਟੀ ਹੋ ਗਈ, ਤੂੰ ਬਹੁਤ ਮੋਟੀ ਹੋ ਗਈ, ਤੇਰੀ ਭੈਣ ਤਾਂ ਹੈ ਨਹੀਂ ਮੋਟੀ, ਤੁਹਾਡੇ ਘਰ 'ਚ ਹੋਰ ਤਾਂ ਕੋਈ ਹੈ ਨਹੀਂਗਾ, ਤੂੰ ਕਾਹਤੇ ਮੋਟੀ ਹੋ ਗਈ ਆਪਣੇ ਆਪ ਤੇ। ਈਵਨ ਰੱਖੜੀ ਦਾ ਦਿਨ ਹੈ, ਮੇਰੀ ਭੂਆ ਆਈ ਹੋਈ ਆ, ਕਾਫੀ ਸਾਰੀ ਭੂਆ, ਚਲੋ ਬੜਾ ਰੌਣਕ ਰਹਿੰਦਾ ਘਰ ਦੇ ਵਿੱਚ। ਮੈਂ ਨਾ ਚਾਵਾਂ ਨਾਲ ਕਿਚਨ ਦਾ ਕੰਮ ਕਰ ਰਹੀ ਹਾਂ ਤੇ ਸਾਰਿਆਂ ਲਈ ਖਾਣਾ ਤਿਆਰ ਹੁੰਦਾ ਪਿਆ, ਮੈਂ ਲੱਗੀ ਹੋਈ ਹਾਂ। ਮੇਰੀ ਭੂਆ ਮੈਨੂੰ ਆ ਕੇ ਕਹਿੰਦੀ, ਤੈਨੂੰ ਸ਼ਰਮ ਨਹੀਂ ਆਉਂਦੀ? ਅੱਛਾ। ਤੇ ਮੈਂ ਕਿਹਾ ਕੀ ਹੋ ਗਿਆ ਜੀ? ਤੈਨੂੰ ਪਤਾ ਉਹ ਜਿਹੜੀ ਆਪਣੀ ਪ੍ਰੀਤ ਹੈਗੀ ਆ, ਉਹ ਦੇਖ ਲੈ ਆਪਣੇ ਆਪ ਨੂੰ ਕਿਵੇਂ ਬਣਾ ਕੇ ਰੱਖਦੀ ਹੈ, ਤੂੰ ਕਹਿੰਦੀ ਆਪਣਾ ਐਡਾ ਮੋਟਾ ਸਰੀਰ ਚੱਕੀ ਫਿਰਦੀ ਆ, ਆਹ ਦੇਖ ਲੈ ਤੇਰੇ ਢਿੱਡ ਤੇ ਮਾਸ। ਮੈਨੂੰ ਜਦੋਂ ਉਸਨੇ ਇਸ ਤਰ੍ਹਾਂ ਕਿਹਾ, ਮੇਰੇ ਤੋਂ ਜਵਾਬ ਨਹੀਂ ਦੇ ਹੋਇਆ, ਕਿਉਂਕਿ ਬੋਲਤੀ ਤਾਂ ਤੁਸੀਂ ਬੱਚੇ ਦੀ ਬਚਪਨ 'ਚ ਹੀ ਬੰਦ ਕਰਤੀ। ਮੇਰੇ ਤੋਂ ਜਵਾਬ ਨਹੀਂ ਦੇ ਹੋਇਆ, ਮੈਂ ਜਸਟ ਚੁੱਪ ਕਰ ਗਈ, ਸੁੰਨ ਹੋ ਗਈ ਜਮਾਂ ਵੀ ਇਹਨਾਂ ਨੇ ਮੈਨੂੰ ਕੀ ਕਹਿਤਾ। ਮੈਨੂੰ ਮੈਂ ਸੋਚਾਂ ਵੀ ਵਾਕਈ ਮੈਨੂੰ ਸ਼ਰਮ ਨਹੀਂ ਆਉਂਦੀ, ਕਿ ਵਾਕਈ ਮੇਰਾ ਇਹ 'ਚ ਕਸੂਰ ਹੈ ਹੁਣ ਕੋਈ। ਜਦੋਂ ਮੈਨੂੰ ਪਤਾ ਹੀ ਨਹੀਂ ਕਿ ਇਹਨਾਂ ਚੀਜ਼ਾਂ ਵਿੱਚ ਕਾਰਨ ਕੀ ਹੈ, ਮੇਰੇ ਸਰੀਰ ਮੋਟਾ ਕਿਉਂ ਹੋ ਗਿਆ, ਮੈਂ ਬਾਕੀ ਕੁੜੀਆਂ ਵਰਗੀ ਕਿਉਂ ਨਹੀਂ ਹੈਗੀ, ਮੈਨੂੰ ਜਦੋਂ ਕਾਰਨ ਹੀ ਸਪਸ਼ਟ ਨਹੀਂ ਹੈ, ਮੈਂ ਉਹਦਾ ਇਲਾਜ ਕਿੱਦਾਂ ਕਰਾਂ, ਕਿਉਰ ਕਿੱਦਾਂ ਕਰਾਂ। ਮੈਂ ਕਿਸੇ ਨੂੰ ਨਹੀਂ ਪਤਾ, ਘਰ 'ਚ ਕਿਸੇ ਨੇ ਵੀ ਮਤਲਬ ਜਿਵੇਂ ਹੁਣ ਪੇਰੈਂਟਸ ਨੂੰ ਹੁੰਦਾ ਵੀ ਸਾਡਾ ਬੱਚਾ ਗਰੋਥ ਏਜ ਦੇ ਵਿੱਚ ਗਰੋ ਕਰ ਰਿਹਾ, ਹਾਲਾਂਕਿ ਪੇਰੈਂਟਸ ਬਹੁਤ ਪਿਆਰ ਕਰਦੇ ਨੇ, ਮੰਮਾ ਪਾਪਾ ਬਹੁਤ ਸਪੋਰਟਿਵ ਰਹੇ, ਪਰ ਕਈ ਵਾਰ ਸਾਨੂੰ ਮੈਡੀਕਲ ਟਰਮਸ ਦੇ ਬਾਰੇ 'ਚ ਇੰਨੀ ਜਾਣਕਾਰੀ ਨਹੀਂ ਹੁੰਦੀ। ਜੀ ਕਈ ਵਾਰ ਹੁੰਦੀ ਵੀ ਹੈ, ਹੋਣ ਦੇ ਬਾਵਜੂਦ ਵੀ ਸਾਨੂੰ ਐਂ ਲੱਗਦਾ ਹਲੇ ਤਾਂ ਬੱਚਾ ਗਰੋ ਕਰ ਰਿਹਾ, ਇਹ ਵਾਧੇ ਪੈ ਜੂ ਆਪੇ ਠੀਕ ਹੋ ਜੂ। ਨਾਰਮਲੀ ਇੱਕ ਸੋਚਿਆ ਜਾਂਦਾ ਕਿ ਬੱਚਾ ਗੋਲੂ ਮੋਲੂ ਜਿਹਾ ਹੈਗਾ, ਵਾਧੇ ਪਿਆ ਆਪੇ ਠੀਕ ਹੋ ਜੂਗਾ, ਹਨਾ। ਤੇ ਚਲੋ ਉਸ ਤਰ੍ਹਾਂ ਚੱਲਦਾ ਰਿਹਾ। ਮੈਂ ਕਿਚਨ 'ਚ ਕੰਮ ਕਰੀ ਜਾਂਦੀ ਹਾਂ, ਉਹ ਚਲੇ ਗਏ ਨੇ ਨੀਚੇ ਵਾਲੇ ਕਮਰੇ 'ਚ ਚਲੇ ਗਏ। ਮੈਂ ਜਿੰਨਾ ਟਾਈਮ ਕੰਮ ਕਰ ਰਹੀ ਹਾਂ, ਮੈਂ ਰੋਈ ਜਾ ਰਹੀ ਹਾਂ, ਨਾਲੇ ਮੈਂ ਕੰਮ ਕਰੀ ਜਾ ਰਹੀ ਹਾਂ। ਮਤਲਬ ਉਹ ਚੀਜ਼ਾਂ ਨੇ ਇਸ ਮੋੜ ਤੇ ਲਿਆ ਕੇ ਖੜਾ ਕਰਤਾ ਕਿ ਮੈਂ ਚੁੱਪ ਹੋਣਾ ਸ਼ੁਰੂ ਹੋ ਗਈ, ਮੈਂ ਲੋਕਾਂ ਤੋਂ ਲੁਕਣਾ ਸ਼ੁਰੂ ਕਰਤਾ। ਮਤਲਬ ਸਾਡੇ ਘਰ ਦੇ ਵਿੱਚ ਅਸੀਂ ਜਿੱਥੇ ਪੁਰਾਣੇ ਘਰ ਰਹਿੰਦੇ ਸੀਗੇ, 2 ਰੂਮ ਹੁੰਦੇ ਸੀ, ਇੱਕ ਨੀਚੇ ਹੁੰਦਾ ਸੀ, ਇੱਕ ਉੱਪਰ ਹੁੰਦਾ ਸੀਗਾ, ਪੌੜੀਆਂ ਚੜ੍ਹ ਕੇ ਘਰ ਸੀ ਸਾਡਾ। ਤੇ ਜਦੋਂ ਦਰਵਾਜ਼ਾ ਨੌਕ ਹੋਣਾ ਨਾ ਕਿ ਕੋਈ ਆਇਆ, ਘਰਦਿਆਂ ਨੂੰ ਇਹ ਫਿਕਰ ਪੈ ਜਾਣੀ ਵੀ ਇਹਨੇ ਟੈਨਸ਼ਨ 'ਚ ਆ ਜਾਣਾ। ਮੈਂ ਨੀਚੇ ਵਾਲੇ ਕਮਰੇ 'ਚ ਬੈਠੀ ਹੁੰਦੀ ਸੀ ਨਾਰਮਲੀ, ਤੇ ਉਹਨਾਂ ਨੇ ਮੈਨੂੰ ਕਹਿਣਾ, ਵਿਸ਼ੂ ਜਾ ਫਟਾਫਟ ਜਾ ਉੱਪਰ ਚੱਲ ਜਾ, ਫਲਾਣਾ ਆਇਆ। ਮੈਂ ਲੋਕਾਂ ਦੇ ਮੱਥੇ ਮੂੰਹ ਲੱਗਣਾ ਬੰਦ ਕਰਤਾ, ਮੈਂ ਲੋਕਾਂ ਦੇ ਸਾਹਮਣੇ ਆਉਣਾ ਬੰਦ ਕਰਤਾ, ਕਿਉਂਕਿ ਮੈਨੂੰ ਇਹੀ ਹੁੰਦਾ ਸੀ ਕਿ ਕਹਿਣਗੇ ਤੂੰ ਤਾਂ ਬਹੁਤ ਮੋਟੀ ਹੋ ਗਈ, ਹਾਏ ਹਾਏ ਤੂੰ ਇੰਨੀ ਮੋਟੀ ਕਿਵੇਂ ਹੋ ਗਈ। ਮਤਲਬ ਇਹ ਹਾਏ ਸ਼ਬਦ ਨੇ ਮੈਨੂੰ ਬਹੁਤ ਡਰਾਇਆ। ਮੋਟਾ 24 ਘੰਟੇ ਮੇਰੇ ਮਨ 'ਚ ਇਹ ਲੱਗਿਆ ਰਹਿੰਦਾ ਸੀ ਮੈਂ ਮੋਟੀ ਹੋ ਗਈ। ਖਾਣਾ ਪੀਣਾ ਘਟਾਤਾ, ਸਭ ਕੁਝ। ਮਤਲਬ ਇੱਕ ਨੋਰਮਲ ਬੱਚਾ ਜਿੱਦਾਂ ਡਾਈਟ ਲੈਂਦਾ, ਮੈਂ ਉੱਦਾਂ ਡਾਈਟ ਨਹੀਂ ਲੈਂਦੀ ਸੀ। ਮੈਂ ਖੇਡਣਾ ਮੈਨੂੰ ਪਸੰਦ ਨਹੀਂ, ਮੈਂ ਬੱਚਿਆਂ ਨਾਲ, ਨੋਰਮਲ ਕੁੜੀਆਂ ਨਾਲ ਜਿਵੇਂ ਕੁੜੀਆਂ ਖੇਡਦੀਆਂ ਮੈਂ ਨਹੀਂ ਚਾਹੁੰਦੀ। ਕਿਉਂਕਿ ਮੈਨੂੰ ਲੱਗਦਾ ਸੀ ਮੈਂ ਉਹਨਾਂ ਵਰਗੀ ਨਹੀਂ ਹਾਂ, ਮੈਂ ਆਪਣੇ ਨੂੰ ਵੱਖਰਾ ਕਰਕੇ ਦੇਖਣ ਲੱਗ ਗਈ। ਇਹ ਸਾਰਾ ਕੁਝ ਕਿਉਂ ਹੋ ਰਿਹਾ? ਕਿਉਂਕਿ ਤੁਹਾਡੇ ਆਲਾ ਦੁਆਲਾ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਆਲੇ ਦੁਆਲੇ ਜਿੰਨੇ ਵੀ ਲੋਕ ਨੇ, ਉਹਨਾਂ ਨੇ ਲਗਾਤਾਰ ਤੁਹਾਡੀ ਕੰਡੀਸ਼ਨਿੰਗ ਕਰ ਰਹੇ ਨੇ ਕਿ ਤੂੰ ਵਧੀਆ ਨਹੀਂ ਹੈ। ਇੱਕ ਚੀਜ਼
ਜਿਹੜੀ ਕਿ ਮਤਲਬ ਅੱਜ ਮੈਂ 30 ਸਾਲ ਦੀ ਹੋ ਗਈ, ਅੱਜ ਜਦੋਂ ਮੈਂ ਸੋਚਣ ਲੱਗਦੀ ਹਾਂ ਤਾਂ ਮੈਨੂੰ ਉਦੋਂ ਮੈਂ ਸੋਚਦੀ ਹਾਂ ਮੇਰੇ ਕੋਲ ਸੋਚਣ ਸ਼ਕਤੀ ਹੈਗੀ ਹੈ। ਇੱਕ ਬੱਚੇ ਨੂੰ ਕੀ ਪਤਾ ਵਿਆਹ ਕੀ ਚੀਜ਼ ਹੁੰਦੀ ਆ, ਇੱਕ ਬੱਚੇ ਨੂੰ ਕੀ ਪਤਾ ਕਿ ਮੈਂ ਕਿਸੇ ਦੇ ਪਸੰਦ ਆਉਣਾ ਕਿ ਨਹੀਂ ਆਉਣਾ। ਮੈਨੂੰ ਉਹਨੇ ਟਾਈਮਾਂ ਦੇ ਵਿੱਚੋਂ ਮੈਨੂੰ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਤੇਰੇ ਨਾਲ ਕਿਸੇ ਨੇ ਵਿਆਹ ਨਹੀਂ ਕਰਾਉਣਾ, ਤੇਰੇ ਨਾਲ ਕਿਸੇ ਨੇ ਵਿਆਹ ਨਹੀਂ ਕਰਨਾ, ਤੈਨੂੰ ਕਿਸੇ ਨੇ ਪਸੰਦ ਨਹੀਂ ਕਰਨਾ। ਉਹਦਾ ਨਤੀਜਾ ਕੀ ਹੋਇਆ, ਮੈਨੂੰ ਵਿਆਹ ਸ਼ਬਦ ਤੋਂ ਨਫ਼ਰਤ ਹੋ ਗਈ। ਮੈਂ ਆਪਣੀ ਜ਼ਿੰਦਗੀ 'ਚ ਉਹ ਚੀਜ਼ ਸੋਚ ਲਈ ਵੀ ਜ਼ਿੰਦਗੀ 'ਚ ਮੈਂ ਨਹੀਂ ਵਿਆਹ ਕਰਾਉਣਾ, ਮੈਂ ਵਿਆਹ ਕਰਾਉਣ ਥੋੜ੍ਹੀ ਆਈ ਹਾਂ। ਉਹ ਇੱਛਾ ਖਤਮ ਹੋ ਗਈ। ਕਰਦੇ ਕਰਾਂਦੇ ਆਪਾਂ ਕਾਲਜ ਪਹੁੰਚ ਗਏ ਹਾਂ। ਕਾਲਜ ਪਹੁੰਚੇ ਹਾਂ, ਮੇਰੇ ਦਿਲ ਦੇ ਵਿੱਚ ਨਵਾਂ ਕੱਪੜਾ ਲੈਣ ਦੀ ਕੋਈ ਇੱਛਾ ਨਹੀਂ ਸੀ। ਜਦ ਕਿ ਕਾਲਜ ਦੇ ਵਿੱਚ ਤਾਂ ਹੁੰਦਾ ਸਾਨੂੰ ਕਿ ਵੀ ਅਸੀਂ ਬਿਲਕੁਲ ਨਵੇਂ ਮਾਹੌਲ 'ਚ ਜਾਵਾਂਗੇ। ਬੜੀਆਂ ਸ਼ੌਕੀਨੀਆਂ ਲਾਉਂਦੇ ਨੇ ਹਨਾ, ਘੁੰਮਦੇ ਫਿਰਦੇ ਨੇ। ਤੁਸੀਂ ਯਕੀਨ ਕਰਨਾ, ਮੈਨੇ ਆਟੋ ਦਾ ਕਿਰਾਇਆ ਲਿਆ ਕਰਨਾ ਪਾਪਾ ਮੰਮਾ ਉਹਨਾਂ ਤੋਂ, ਚੁੱਪ ਕਰਕੇ ਜਾ ਕੇ ਆਪਣਾ ਲੈਕਚਰ ਲਾਉਣਾ। ਲੈਕਚਰ ਲਾ ਕੇ ਇਦਾਂ ਨਿਕਲਦੀ ਸੀ ਕਾਲਜ ਤੋਂ ਜਿੱਦਾਂ ਗੋਲੀ ਨਿਕਲਦੀ ਹੁੰਦੀ ਹੈ ਬੰਦੂਕ 'ਚੋਂ। ਮੈਂ ਕਿਸੇ ਕੋਲ ਖੜਨਾ ਨਹੀਂ, ਕਿਸੇ ਨਾਲ ਗੱਲ ਨਹੀਂ ਬਹੁਤੀ ਕਰਨੀ। ਜੇ ਮੈਨੂੰ ਕਿਸੇ ਨੇ ਬੁਲਾਣਾ, ਕਾਲਜ ਦੇ ਵਿੱਚ ਮੇਰੀ ਇੱਜ਼ਤ ਬਹੁਤ ਸੀ, ਦੀਦੀ ਨਾਮ ਨਾਲ ਮਸ਼ਹੂਰ ਸੀ। ਮੈਨੂੰ ਨਾਮ ਨਹੀਂ ਕੋਈ ਜਾਣਦਾ ਸੀ, ਲੇਕਿਨ ਦੀਦੀ ਕਹਿ ਕੇ ਬੁਲਾਉਂਦੇ ਹੁੰਦੇ ਸੀ, ਕਿਉਂਕਿ ਪੜ੍ਹਾਈ ਦੇ ਵਿੱਚ ਮੈਂ ਸ਼ੁਰੂ ਤੋਂ ਚੰਗੀ ਰਹੀ, ਸ਼ੁਰੂ ਤੋਂ। ਤੇ ਉਦੋਂ ਮੈਨੇ ਕੀ ਕਰਨਾ ਵੀ ਮੈਂ ਕੱਪੜੇ ਬਾਰੇ ਇਹ ਸੋਚਣਾ, ਤੇਰੇ ਕਿਹੜਾ ਕੁਝ ਜਚਣਾ ਹੈ, ਤੂੰ ਕਿਹੜਾ ਸੋਹਣੀ ਲੱਗਣਾ, ਜਾਂ ਤੈਨੂੰ ਕਿਹੜਾ ਕਿਸੇ ਨੇ ਦੇਖਣਾ ਹੈ। ਇਹ ਚੀਜ਼ਾਂ ਮੇਰੇ ਮਾਈਂਡ 'ਚ ਰਹਿੰਦੀਆਂ। ਮੈਂ 2 ਸੂਟਾਂ ਨਾਲ 3 ਸਾਲ ਕੱਢਦੇ। ਤੇ ਇੱਥੇ ਮਤਲਬ ਇਸ ਗੱਲ ਤੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦੀ ਹਾਂ, ਮੇਰੇ ਨਾਲ ਕੋਈ ਸਿੰਪਤੀ ਨਾ ਜਤਾਵੇ ਹੁਣ ਇਸ ਗੱਲ ਦੀ। ਮੈਨੂੰ ਸਿੰਪਤੀ ਨਹੀਂ ਚਾਹੀਦੀ, ਮੈਂ ਬਹੁਤ ਤਕੜੀ ਹੋ ਕੇ ਬਾਹਰ ਨਿਕਲ ਚੁੱਕੀ ਹਾਂ। ਇਹ ਗੱਲਾਂ ਮੈਂ ਅੱਜ ਕਿਉਂ ਸ਼ੇਅਰ ਕਰ ਰਹੀ ਹਾਂ, ਮੈਨੂੰ ਕੋਈ ਸ਼ੌਕ ਨਹੀਂ ਕਿ ਮੈਂ ਆਪਣੀ ਸਟੋਰੀ ਸ਼ੇਅਰ ਕਰਾਂ, ਮੈਂ ਲੋਕਾਂ ਦਾ ਤਰਸ ਕੱਟਾਂ ਜਾਂ ਲੋਕ ਮੇਰੇ ਫੈਨ ਹੋ ਜਾਣ ਹਨਾ। ਇੱਥੇ ਮੈਂ ਇਹ ਗੱਲਾਂ ਇਸ ਕਰਕੇ ਸ਼ੇਅਰ ਕਰ ਰਹੀ ਹਾਂ ਕਿਉਂਕਿ ਹੁਣ ਵੱਡੀ ਗਿਣਤੀ ਦੇ ਵਿੱਚ ਸਾਡੀ ਕੁੜੀਆਂ ਇਹਨਾਂ ਚੀਜ਼ਾਂ ਨਾਲ ਜੂਝ ਰਹੀਆਂ ਨੇ। ਤੁਸੀਂ ਆਪਣੇ ਬੱਚਿਆਂ ਨੂੰ ਅੱਜ ਕੱਲ੍ਹ ਆਲਾ ਦੁਆਲਾ ਦੇਖੋਗੇ, ਤੁਹਾਨੂੰ ਐਂ ਲੱਗੂਗਾ ਕਿ ਬੱਚੇ ਬਲਕੀ ਹੋਈ ਜਾ ਰਹੇ ਨੇ। ਇੱਕ ਤਾਂ ਸਾਡਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ, ਭੱਜ ਨੱਠ, ਜਿਹੜੇ ਬੱਚੇ ਬਾਹਰ ਗੇਮਸ ਖੇਡਦੇ ਸੀ ਜਾਂਦੇ ਸੀਗੇ, ਉਹ ਨਹੀਂ ਕਰ ਰਹੇ ਹੈਗੇ, ਉਹ ਚੀਜ਼ਾਂ ਨਹੀਂ ਹੋ ਰਹੀਆਂ। ਇਹਨਾਂ ਗੱਲਾਂ ਕਰਕੇ ਮੈਂ ਹੁਣ ਕੁੜੀਆਂ ਨੂੰ ਇੱਕ ਮੇਜਰ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ, ਉਹ ਹੈਗੀ ਹੈ PCOD। ਹਰੇਕ ਕੁੜੀ ਨੂੰ, ਜਿਹਦੇ ਨਾਲ ਮੈਂ ਪੀੜਿਤ ਸੀ, ਤੇ ਮੈਨੂੰ ਇਸ ਚੀਜ਼ ਦਾ ਬਹੁਤ ਬਾਅਦ ਦੇ ਵਿੱਚ ਪਤਾ ਲੱਗਿਆ। ਕਾਲਜ ਲਾਈਫ ਲੰਘ ਜਾਣ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਲੱਗਿਆ। ਜਦੋਂ ਮੈਂ ਦੁਖੀ ਹੋ ਕੇ ਇੱਕ ਜਿਮ ਦੇ ਵਿੱਚ ਗਈ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਇੱਦਾਂ ਕਰਕੇ। ਉਹਨੇ ਮੈਨੂੰ ਕਿਹਾ, ਜਿਹੜੇ ਉਹ ਸਰ ਸੀਗੇ, ਕਹਿੰਦੇ ਮੈਨੂੰ ਇਸ ਤਰ੍ਹਾਂ ਹੀ ਬੋਲੇ, ਬਾਬਾ ਤੁਮਨੇ PCOD टेस्ट करवाया है, अल्ट्रासाउंड करवाया तुमने? मैं कहा सर वो की ਹੁੰਦਾ? ਮੈਨੂੰ नहीं पता है ना। कहते आजकल ना PCOD वो चल रहा है, उसकी जैसे जैसे तुम्हारा जो बॉडी नज़र आ रहा है ना बेटा, मुझे लग रहा है कि तुम्हें PCOD है। ਮੈਨੂੰ ਅਵੇਅਰਨੈਸ ਨਹੀਂ ਸੀ, ਬਿਲਕੁਲ ਹੀ ਨਹੀਂ ਸੀ। ਠੀਕ ਹੈ, ਮੈਂ ਗਈ ਹਾਂ ਕਾਲਜ ਤੋਂ, ਛੁੱਟੀ ਹੋਈ ਹੈ, ਮੇਰੇ ਮਨ ਦੇ ਵਿੱਚ ਸੀਗਾ ਤੇ ਪਾਪਾ ਤੋਂ ਮੈਂ ਪੈਸੇ ਲੈ ਗਈ ਸੀ। ਮੈਂ ਜਾ ਕੇ ਆਪਣਾ ਅਲਟਰਾਸਾਊਂਡ ਕਰਵਾਇਆ, ਮੈਨੂੰ ਪਤਾ ਲੱਗਿਆ ਕਿ ਹਾਂ ਮੈਨੂੰ PCOD ਹੈ, ਮੇਰੇ ਯੂਟਰਸ ਦੇ ਵਿੱਚ ਸਿਸਟ ਨੇ। ਐਟ ਦੈਟ ਟਾਈਮ ਮੈਨੂੰ ਕਲੀਅਰ ਹੋਇਆ ਕਿ ਹਾਂ ਜਿਹੜੇ ਤੇਰੇ ਇੱਕ ਅਰਲੀ ਏਜ ਦੇ ਵਿੱਚ ਪੀਰੀਅਡਸ ਹੋਏ, ਕਿਉਂਕਿ ਉਦੋਂ ਮੈਂ ਮੈਚਿਓਰ ਹੋ ਗਈ, ਉਹਨਾਂ ਚੀਜ਼ਾਂ ਨੇ ਡਿਸਟਰਬੈਂਸ ਕਰਦੇ ਕਰਦੇ ਇਸ ਏਜ ਦੇ ਵਿੱਚ ਆ ਕੇ ਇੱਕ ਵਾਰੀ ਬੰਦ ਹੋ ਗਏ 15 ਸਾਲ ਦੀ ਉਮਰ ਦੇ ਵਿੱਚ। ਉਸ ਤੋਂ ਬਾਅਦ ਦੁਬਾਰੇ ਸ਼ੁਰੂ ਹੁੰਦੇ ਨੇ, ਬਟ ਉਹ ਉੱਦਾਂ ਨਹੀਂ ਹੁੰਦੇ। ਕਰਦੇ ਕਰਾਂਦੇ ਕੀ ਬਣ ਗਿਆ, ਪੋਲੀਸਿਸਟ ਬਣ ਗਈਆਂ ਜੀ, ਜਿਹੜੀ ਕਿ ਅੱਜ ਕੱਲ੍ਹ 10 ਦੇ ਵਿੱਚੋਂ 6 ਬੱਚੀਆਂ ਨੂੰ ਹੈਗੀਆਂ ਨੇ। ਠੀਕ ਹੈ, ਕੌਣ ਡਿਸਕਸ਼ਨ ਕਰ ਰਿਹਾ ਇਹਦੇ ਬਾਰੇ? ਕੋਈ ਨਹੀਂ ਕਰ ਰਿਹਾ। ਤੁਸੀਂ ਮਜ਼ਾਕ ਉਡਾਉਂਦੇ ਹੋ, ਤੁਸੀਂ ਦੇਖਦੇ ਜ਼ਰਾ ਹੱਸਦੇ ਹੋ। ਕੋਈ ਮੋਟਾ ਬੰਦਾ, ਕੋਈ ਕੁੜੀ ਤੁਰੀ ਆ ਰਹੀ ਆ, ਉਹਨੂੰ ਕਹਿਣਗੇ ਹਾਂ ਧਰਤੀ ਹਿੱਲਦੀ ਸੀ, ਸਾਨੂੰ ਪਤਾ ਲੱਗ ਗਿਆ ਸੀ ਉਹ ਆ ਰਿਹਾ। ਉਹ ਇੱਥੇ ਨਾ ਬਹਿ ਜੀ, ਕਿਤੇ ਟੁੱਟ ਨਾ ਜਾਵੇ, ਹੈ ਨਾ। ਇਹ ਤਾਂ ਇਕੱਲੇ ਹੀ 4 ਜਣਿਆਂ ਦਾ ਖਾਣਾ ਖਾ ਜੂਗਾ, ਤੂੰ 2 ਜਣਿਆਂ ਦੀ ਜਗ੍ਹਾ ਤਾਂ ਤੂੰ ਹੀ ਘੇਰ ਲਈ ਬੈਠਣ ਲੱਗਿਆ। ਠੀਕ ਹੈ, ਆਮ ਹੀ ਅਸੀਂ ਇਹ ਬੜੇ ਆਰਾਮ ਨਾਲ। ਤੇ ਉਹ ਜਿਹੜੇ ਜਿੰਨੇ ਵੀ ਬਲਕੀ ਸਰੀਰ ਵਾਲੇ ਹੈਗੇ ਨੇ, ਉਹਨਾਂ ਨੇ ਐਕਸੈਪਟ ਕਰ ਲਿਆ ਕਿ ਹਾਂ ਇਹ ਚੀਜ਼ਾਂ ਸਾਡੇ ਤੇ ਆਉਣਗੀਆਂ, ਹੈ ਨਾ। ਉਹ ਵਿਚਾਰੇ ਕੀ ਕਰਦੇ ਨੇ, ਇੱਥੇ ਮੈਨੂੰ ਵਿਚਾਰੇ ਲੱਗਦੇ ਨੇ। ਨੋਰਮਲੀ ਮੈਂ ਕਿਸੇ ਨੂੰ ਵਿਚਾਰਾ ਨਹੀਂ ਕਹਿੰਦੀ, ਪਰ ਉਹ ਵਿਚਾਰੇ ਕਿਉਂ ਲੱਗਦੇ ਨੇ? ਕਿਉਂਕਿ ਉਹ ਕੱਚਾ ਕੱਚਾ ਹੱਸਣਗੇ ਉਹਨਾਂ ਦੀ ਗੱਲਾਂ ਸੁਣ ਕੇ, ਕੱਚਾ ਕੱਚਾ ਹੱਸਣਗੇ, ਅੰਦਰ ਕੁਝ ਟੁੱਟ ਰਿਹਾ ਹੁੰਦਾ ਉਹਨਾਂ ਦੇ। ਤੁਸੀਂ ਸੋਚੋ ਕਿ ਇੱਕ ਬੰਦੇ ਤੇ ਤੁਸੀਂ ਪੰਚ ਮਾਰ ਰਹੇ ਹੋ, ਠੀਕ ਹੈ, ਤੇ ਬਾਕੀ ਸਾਰੇ ਹੱਸ ਰਹੇ ਹੋ। ਉਹ ਬੰਦਾ ਕੱਚਾ ਕੱਚਾ ਹੱਸਦਾ ਪਿਆ, ਅੰਦਰ ਉਹਦੇ ਕੁਝ ਟੁੱਟ ਰਿਹਾ ਹੈ। ਉਹ ਚੀਜ਼ ਲੈਕ ਆਫ ਕੌਨਫੀਡੈਂਸ ਬਣਦੀ ਪਈ ਹੈ ਉਹਦੇ ਲਈ, ਉਹ ਚੀਜ਼ ਉਹਦਾ ਦਰਦ ਬਣਦੀ ਪਈ ਹੈ, ਉਹ ਚੀਜ਼ ਇੱਕ ਟਾਈਮ ਤੇ ਉਹਦਾ ਟਰੋਮਾ ਬਣਦੀ ਪਈ ਹੈ। ਠੀਕ ਹੈ, ਤੁਸੀਂ ਇਹਨੂੰ ਕੀ ਕਹਿੰਦੇ ਆ, ਹਿਊਮਰ ਹੈ ਇਹ। ਤੁਸੀਂ ਉਹਨੂੰ ਕਹਿੰਦੇ ਆ ਉਹ ਗੁੱਸਾ ਨਾ ਕਰੀ, ਇਸ ਤਰ੍ਹਾਂ ਤੇਰਾ ਮਜ਼ਾਕ, ਉਹ ਤੂੰ ਤਾਂ ਸਾਡਾ ਆਪਣਾ ਹੈ, ਤੇਰੀਆਂ ਲੱਤਾਂ ਖਿੱਚਦੇ ਸੀ, ਹੈ ਨਾ। ਹਿਊਮਰ ਦਾ ਸਿੱਧਾ ਲਿੰਕ ਫਨ ਨਾਲ ਹੈ। ਜਦੋਂ ਕੋਈ ਫਨੀ ਗੱਲ ਹੁੰਦੀ ਹੈ ਨਾ, ਤਾਂ ਸਾਰੇ ਇਕੱਠੇ ਹੱਸਦੇ ਨੇ। ਇਹ ਨਹੀਂ ਹੁੰਦਾ ਵੀ ਇੱਕ ਜਣਾ ਉਸ ਫਨ ਦਾ ਸ਼ਿਕਾਰ ਹੋਵੇ ਤੇ ਬਾਕੀ ਜਣੇ ਹੱਸ ਰਹੇ ਹੋਣ। ਤੇ ਇੱਥੇ ਮੈਂ ਤੁਹਾਨੂੰ ਮਨੁੱਖ ਨਹੀਂ ਕਹਿ ਸਕਦੀ, ਇੱਥੇ ਤੁਹਾਨੂੰ ਬਿਲਕੁਲ ਮਨੁੱਖ ਨਹੀਂ ਕਿਹਾ ਜਾ ਸਕਦਾ। ਨੈਕਸਟ ਤੁਸੀਂ ਉਹਨਾਂ ਤੇ ਪੰਚ ਕੀ ਕਰਨੇ ਹੁੰਦੇ ਨੇ, ਹੈ ਨਾ, ਗੈਂਡਾ, ਮੱਝ, ਮੈਂਸ, ਝੋਟਾ, ਇੱਦਾਂ ਦੀਆਂ ਗੱਲਾਂ। ਠੀਕ ਹੈ, ਜਦੋਂ ਤੁਹਾਨੂੰ ਗੁੱਸਾ ਆਉਂਦਾ ਤਾਂ ਤੁਹਾਡਾ ਸਭ ਤੋਂ ਪਹਿਲਾਂ ਧਿਆਨ ਉਹਦੇ ਸਰੀਰ ਤੇ ਹੀ ਜਾਂਦਾ ਹੈ।
ਗੁੱਸੇ 'ਚ ਬੋਲੋ ਚਾਹੇ ਮਜ਼ਾਕ ਦੇ ਵਿੱਚ ਬੋਲੋ, ਤੁਹਾਡੇ ਮੂੰਹ 'ਚੋਂ ਇਹੀ ਨਿਕਲਦਾ। ਤੁਹਾਡੇ ਅੰਦਰੋਂ ਕਦੇ ਵੀ ਕੁਝ ਹੋਰ ਨਹੀਂ ਨਿਕਲਦਾ। ਬਿਲਕੁਲ। ਤੁਹਾਡਾ ਸਾਰਾ ਕੁਝ ਇਹਦੇ ਦੁਆਲੇ ਘੁੰਮੀ ਜਾਂਦਾ। ਤੇ ਤੁਸੀਂ ਚੰਗੇ ਭਲੇ ਮਨੁੱਖ ਹੋ ਕੇ ਦੂਜੇ ਮਨੁੱਖ ਨੂੰ ਪਸ਼ੂ ਗਿਣਦੇ ਹੋ। ਤੁਹਾਨੂੰ ਮਨੁੱਖ ਕਹਾਉਣ ਦਾ ਅਧਿਕਾਰ ਹੈ? ਚੰਗੇ ਭਲੇ ਮਨੁੱਖ ਨੂੰ ਤੁਸੀਂ ਪਸ਼ੂ ਗਿਣਦੇ ਪਏ ਹੋ। ਤੁਹਾਡੀ ਸੋਚ ਸਮਝ ਹੈ, ਤੁਹਾਡੇ ਕੋਲ ਨਿਗਾਹ ਹੈਗੀ ਹੈ, ਤੁਹਾਡੇ ਕੋਲ ਸਾਰਾ ਕੁਝ ਹੈਗਾ, ਤੁਹਾਨੂੰ ਪਤਾ ਮੇਰੇ ਸਾਹਮਣੇ ਮਨੁੱਖ ਖੜਾ ਹੈ, ਤੁਸੀਂ ਫਿਰ ਵੀ ਉਹਨੂੰ ਮੈਂਸ, ਝੋਟਾ, ਇਹ ਉਹ ਕਹਿ ਕੇ ਬੁਲਾਉਂਦੇ ਹੋ। ਹਾਥੀ, ਛੋਟਾ ਗੈਂਡਾ, ਮੋਟਾ ਗੈਂਡਾ ਨਾ, ਫਿਰ ਕਹਿਣਗੇ ਅਸੀਂ ਤੈਨੂੰ ਪਿਆਰ ਨਾਲ ਕਹਿੰਦੇ ਸੀ। ਤੁਹਾਨੂੰ ਪਤਾ ਉਹਦੇ ਤੇ ਕੀ ਅਸਰ ਹੋ ਰਿਹਾ ਇਹਨਾਂ ਚੀਜ਼ਾਂ ਤੇ ਇਸ ਚੀਜ਼ ਦਾ ਕੀ ਠੀਕ ਹੈ, ਟਰਾਮਾਟਾਈਜ਼ ਹੋ ਰਿਹਾ ਉਹ ਬੰਦਾ, ਉਹਦਾ ਕੌਨਫੀਡੈਂਸ ਜਾ ਰਿਹਾ, ਉਹ ਬਾਹਰ ਨਿਕਲਣ ਜੋਗਾ ਨਹੀਂ ਰਹਿੰਦਾ। ਮੈਂ ਇਹਨਾਂ ਚੀਜ਼ਾਂ ਨੂੰ ਫੇਸ ਕਰਦੇ ਹੋਏ ਇੱਕ ਟਾਈਮ ਤੇ ਆਪਣੇ ਆਪ ਨੂੰ ਬਿਲਕੁਲ ਅੰਦਰ ਬੰਦ ਕਰ ਲਿਆ। ਜਦੋਂ ਕੋਈ ਵੀ ਆਇਆ ਕਰੇ ਮੈਂ ਭੱਜ ਲਿਆ ਕਰਾਂ। ਮੇਰਾ ਸਾਰਾ ਦਾ ਸਾਰਾ ਮੈਂ ਤੁਹਾਨੂੰ ਇਹ ਕਹਿ ਸਕਦੀ ਹਾਂ ਕਿ ਮੇਰੀ ਜਿਹੜੀ ਦੁਨੀਆ ਹੈ ਉਹ ਮੇਰੇ ਛੋਟੇ ਬ੍ਰਦਰ ਤੱਕ ਸੀਮਿਤ ਰਹਿ ਗਈ ਸੀ। ਕਿਉਂਕਿ ਮੈਨੂੰ ਐਂ ਲੱਗਦਾ ਸੀ ਦੁਨੀਆ ਦੇ ਵਿੱਚ, ਹਾਲਾਂਕਿ ਸਾਰੇ ਪਿਆਰ ਕਰਦੇ ਸੀ ਘਰ ਦੇ ਵਿੱਚ, ਪਰ ਮੈਨੂੰ ਐਂ ਲੱਗਦਾ ਸੀ ਦੁਨੀਆ 'ਚ ਇੱਕੋ ਹੀ ਬੰਦਾ ਜਿਹੜਾ ਮੈਨੂੰ ਸਮਝਦਾ ਉਹ ਮੇਰਾ ਛੋਟਾ ਬ੍ਰਦਰ ਹੈ। ਉਹਨੇ ਮੈਨੂੰ ਉਹਨਾਂ ਹਾਲਾਤਾਂ 'ਚ ਵੀ ਐਕਸੈਪਟ ਕੀਤਾ। ਤੁਸੀਂ ਇਹ ਦੇਖੋ ਕਿ ਮੇਰਾ weight ਉਦੋਂ ਕੋਈ 60 ਕਿਲੋ ਸੀਗਾ। 60 ਕਿਲੋ ਵਜ਼ਨ ਕੋਈ ਬਹੁਤਾ ਨਹੀਂ ਹੁੰਦਾ। 5 ਫੁੱਟ 5 ਇੰਚ ਹਾਈਟ ਹੈ ਮੇਰੀ, ਕੋਈ ਬਹੁਤਾ ਨਹੀਂ ਹੁੰਦਾ। ਪਰ ਉਦੋਂ ਮੈਨੂੰ ਇਹ ਪੰਚ ਵੱਜਣੇ ਸ਼ੁਰੂ ਹੋ ਗਏ ਸੀ ਮੇਰੇ ਤੇ। ਠੀਕ ਹੈ, ਕਰਦੇ ਕਰਾਂਦੇ ਜਦੋਂ ਬੰਦੇ ਨੇ ਇੱਕ ਥਾਂ ਹੀ ਬੈਠੇ ਰਹਿਣਾ, ਜਦੋਂ ਬੰਦੇ ਨੇ ਬਾਹਰ ਨਹੀਂ ਜਾਣਾ, ਕੁਛ ਨਹੀਂ, ਕੋਈ ਵਰਜਿਸ਼ ਨਹੀਂ ਹੈ, ਕੋਈ ਕੁਛ ਨਹੀਂ ਹੈ, ਇੱਕ ਥਾਂ ਬਹਿ ਕੇ ਸਟ੍ਰੈਸ ਲੈ ਰਿਹਾ, ਸੋਚੀ ਜਾ ਰਿਹਾ। ਉਹਨੇ ਖਾਣਾ ਪੀਣਾ ਵੀ ਛੱਡਤਾ, ਉਹਨੇ ਆਪਣਾ ਬ੍ਰੇਕਫਾਸਟ ਜਿਹੜਾ ਸਕਿਪ ਕਰਨਾ ਸ਼ੁਰੂ ਕਰਤਾ। ਉਹਨੇ ਇਹ ਸਾਰੀ ਚੀਜ਼ਾਂ ਦੇ ਵਿੱਚੋਂ ਲੰਘਦੇ ਇੱਕ ਟਾਈਮ ਤੇ ਮੇਰਾ ਵਜ਼ਨ ਜਿਹੜਾ ਹੈਗਾ ਮੈਂ 120 ਕਿਲੋ ਤੇ ਪਹੁੰਚ ਗਈ। ਅੱਛਾ, 120 ਕਿਲੋ ਦੁੱਗਣਾ ਵਜ਼ਨ ਹੋ ਗਿਆ ਤੁਹਾਡਾ? ਜੀ, 120 ਕਿਲੋ ਤੇ ਪਹੁੰਚ ਗਈ। ਮੇਰੇ ਹਾਲਾਤ ਇਹ ਹੋ ਗਏ, ਜਦੋਂ ਮੈਂ ਪੌੜੀ ਚੜ੍ਹਦੀ ਸੀ ਤਾਂ ਮੈਂ ਜਿਵੇਂ ਬੱਚੇ ਚੜ੍ਹਦੇ ਹੁੰਦੇ ਨਾ, ਪਹਿਲਾਂ ਇੱਕ ਪੈਰ ਰੱਖ ਕੇ ਦੂਜਾ ਪੈਰ ਰੱਖ ਕੇ, ਮੇਰੇ ਇਸ ਤਰ੍ਹਾਂ ਦਾ ਦਰਦ ਪੂਰੀ ਬਾਡੀ 'ਚ ਹੋਣਾ ਸ਼ੁਰੂ ਹੋ ਗਿਆ। ਠੀਕ ਹੈ, ਇਸ ਤਰ੍ਹਾਂ ਦਾ ਮੋਟਾਪਾ ਮੇਰੇ ਤੇ ਚੜ੍ਹ ਗਿਆ ਜਿਹੜਾ ਨਹੀਂ ਸੀਗਾ ਕਿਸੇ ਸਮੇਂ। ਕਿਉਂਕਿ PCOD ਨੂੰ ਬੂਸਟ ਕਰਦਾ ਸਟ੍ਰੈਸ ਲੈਵਲ ਜੀ। ਠੀਕ ਹੈ, ਉਹ ਸਟ੍ਰੈਸ ਲੈਵਲ ਬੂਸਟ ਕਰਦਾ, ਤੁਹਾਡਾ ਹਾਰਮੋਨਲ ਗੜਬੜ ਹੋ ਜਾਂਦੀ ਹੈ, ਤੁਹਾਡਾ ਸਾਰਾ ਕੁਝ ਬਦਲ ਜਾਂਦਾ, ਤੁਹਾਡਾ ਰੰਗ ਬਦਲ ਜਾਂਦਾ। ਠੀਕ ਹੈ, ਇੱਕ ਫੇਅਰ ਕਲਰ ਜਿਹੜਾ ਹੈਗਾ ਉਹ ਡਾਰਕਨੈਸ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਐਕਨੇ ਹੋ ਜਾਂਦੇ ਆ, ਪਿੰਪਲਸ ਤੁਹਾਡੇ ਹੋਣ ਲੱਗ ਜਾਂਦੇ ਨੇ। ਠੀਕ ਹੈ, weight ਜਾਂ ਤੁਹਾਡਾ ਕਈਆਂ ਦਾ ਬਹੁਤ ਘੱਟ ਜਾਂਦਾ ਹੁੰਦਾ, ਕਈਆਂ ਦਾ ਬਹੁਤ ਵੱਧ ਜਾਂਦਾ। ਤੇ ਹਰੇਕ ਦੂਜਾ ਬੰਦਾ ਜੇ ਤੁਹਾਨੂੰ ਦੇਖ ਲਏ ਤਾਂ ਅਗਲਾ ਇਹ ਕਹੇਗਾ ਤੂੰ ਥਾਇਰਾਇਡ ਟੈਸਟ ਕਰਵਾਇਆ, ਤੂੰ ਥਾਇਰਾਇਡ ਟੈਸਟ ਕਰਵਾ ਲੈਣਾ ਸੀਗਾ, ਮੈਨੂੰ ਲੱਗਦਾ ਤੈਨੂੰ ਥਾਇਰਾਇਡ ਆ, ਤੇਰੀ ਆਹ ਚੀਜ਼ ਵਧੀ ਹੋਈ ਹੈ ਨਾ, ਤੈਨੂੰ ਥਾਇਰਾਇਡ ਲੱਗਦਾ ਪਿਆ, ਮੈਨੂੰ ਘਰ ਬੈਠੀ ਡਾਕਟਰ ਬਣ ਜਾਣਗੇ। ਠੀਕ ਹੈ, ਮੈਨੂੰ ਲੱਗਦਾ ਹਰੇਕ ਬੰਦਾ ਤੂੰ ਸਵੇਰੇ ਉੱਠ ਕੇ ਨਾ ਗਰਮ ਪਾਣੀ ਕਰਕੇ ਪੀਆ ਕਰ, ਉਹਦੇ 'ਚ ਨਾ ਥੋੜਾ ਨਿੰਬੂ ਪਾ ਲਿਆ ਕਰ, ਸ਼ਾਇਦ ਵੀ ਪਾ ਲਿਆ ਕਰ, ਹਨਾ, ਆ ਜੀਰਾ ਖਾ ਲਿਆ ਕਰ, ਆ ਸੌਂਫ ਖਾ ਲਿਆ ਕਰ, ਇੱਦਾਂ ਕਰ ਲਿਆ ਕਰ। ਮੈਨੂੰ ਲੱਗਦਾ ਹੈ ਕਿ ਜੇ ਕਿਤੇ ਮੈਂ ਕੋਈ ਕਿਤਾਬ ਲਿਖਣ ਲੱਗਦੀ ਨਾ, ਜਿਹੜੇ ਲੋਕਾਂ ਨੇ ਮੈਨੂੰ ਸਲਾਹਾਂ ਦਿੱਤੀਆਂ, ਤਾਂ ਮੇਰੀ ਮਤਲਬ ਦੁਨੀਆ ਦੀ ਵੱਡੀਆਂ ਕਿਤਾਬਾਂ 'ਚੋਂ ਗਿਣੀ ਜਾ ਸਕਦੀ ਸੀ। ਉਹ ਇੰਨੀ ਮੋਟੀ ਕਿਤਾਬ ਉਹ ਤਿਆਰ ਹੋ ਜਾਣੀ ਸੀ। ਮਤਲਬ ਮੈਨੂੰ ਐਂ ਲੱਗਦਾ ਸੀ ਵੀ ਅੱਛਾ, ਮੈਨੂੰ ਨਹੀਂ ਸੀ ਪਤਾ ਵੀ ਗਰਮ ਪਾਣੀ ਨਾਲ weight ਜਾਂਦਾ। ਠੀਕ ਹੈ, ਤੇ ਜੇ ਇਹ ਚੀਜ਼ਾਂ ਇੱਦਾਂ ਹੀ ਸੀਗੀਆਂ ਤਾਂ ਕੁਦਰਤ ਸਾਨੂੰ ਗਰਮ ਪਾਣੀ ਹੀ ਕਰਕੇ ਦਿੰਦੀ ਨਾ, ਨਾਰਮਲ ਵਾਟਰ ਕਿਉਂ ਦਿੱਤਾ ਉਹਨੇ ਸਾਨੂੰ? ਕੁਦਰਤ ਸਾਨੂੰ ਗਰਮ ਪਾਣੀ ਹੀ ਕਰਕੇ ਦਿੰਦੀ ਵੀ ਲੋ ਜੀ, ਆ ਮੋਟਾਪੇ ਵਾਸਤੇ ਸਪੈਸ਼ਲ ਪਾਣੀ ਅਸੀਂ ਤਿਆਰ ਪਹਿਲਾਂ ਹੀ ਕੀਤਾ ਹੋਇਆ। ਤੁਸੀਂ ਉਸ ਕੁਦਰਤ ਦੇ ਅਕੋਰਡਿੰਗ ਚੱਲਦੇ ਹੀ ਨਹੀਂ ਪਏ, ਪਹਿਲਾਂ ਤੁਸੀਂ ਮਿਲਾਵਟਾਂ ਕੀਤੀਆਂ। ਠੀਕ ਹੈ, ਉਹ ਮਿਲਾਵਟ ਵਾਲੇ ਖਾਣੇ ਤੁਸੀਂ ਬੱਚਿਆਂ ਤੱਕ ਪਹੁੰਚਦੇ ਕੀਤੇ, ਬੱਚਿਆਂ 'ਚ ਜਦੋਂ ਨੁਕਸ ਪੈਦਾ ਹੋਣੇ ਸ਼ੁਰੂ ਹੋ ਗਏ ਫਿਰ ਤੁਸੀਂ ਉੱਤੇ ਟੀਚਰਾਂ ਕਰਨ ਲੱਗ ਗਏ। ਉਂਝ ਵੀ ਵਿਸ਼ਾਲ, ਬਾਗ ਦੇ ਵਿੱਚ ਜੇ ਸਾਰੇ ਫੁੱਲ ਇੱਕੋ ਵਰਗੇ ਹੋਣ ਹਨਾ, ਤਾਂ ਫਿਰ ਉਹ ਬਾਗ ਨਹੀਂ ਲੱਗਦਾ। ਬਿਲਕੁਲ, ਹਨਾ, ਉਹਦੀ ਖੂਬਸੂਰਤੀ ਜਿਹੜੀ ਹੈ ਵਿਭਿੰਨਤਾ ਦੇ ਵਿੱਚ ਹੈ, ਵੱਖਰੇਵੇਂ 'ਚ ਖੂਬਸੂਰਤੀ ਹੈ। ਹਨਾ, ਅਸੀਂ ਕਿਉਂ ਸਾਰਿਆਂ ਨੂੰ ਇੱਕੋ ਜਿਹੜਾ ਸਾਂਚੇ 'ਚ ਢਾਲਣਾ ਚਾਹੁੰਦੇ ਹਾਂ ਕਿ ਸਾਰੇ ਇੱਕੋ ਵਰਗੇ ਲੱਗਣ। ਹਨਾ, ਹਾਂਜੀ। ਅੱਛਾ, ਤੁਸੀਂ ਇੱਕ ਰਿਸਰਚ ਪੇਪਰ ਵੀ ਇਸ ਚੀਜ਼ ਦੇ ਉੱਤੇ ਲਿਖਿਆ। ਹਾਂਜੀ, ਤੁਸੀਂ ਦੱਸ ਰਹੇ ਸੀ ਕਿ ਤੁਸੀਂ ਖੋਜ ਕੀਤੀ ਹੈ ਜੀ, ਕਿ ਕਿੰਨੇ ਮੁੰਡਿਆਂ ਦੇ ਉੱਤੇ ਜਿਹੜੀ ਤੁਸੀਂ ਖੋਜ ਕੀਤੀ। ਹਾਂਜੀ, ਕਿ ਮੁੰਡਿਆਂ ਨੂੰ ਕਿਵੇਂ ਦੀਆਂ ਕੁੜੀਆਂ ਚੰਗੀਆਂ ਲੱਗਦੀਆਂ ਨੇ। ਬਿਲਕੁਲ। ਮੈਂ ਮਤਲਬ ਜਦੋਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀ ਆ, ਥੋੜਾ ਆਪਣੇ ਆਪ ਨੂੰ ਇੱਕ ਟਾਈਮ ਆ ਗਿਆ ਜਦੋਂ ਮੈਨੂੰ ਲੱਗਣ ਲੱਗ ਗਿਆ ਵਿਸ਼ਾਲ, ਇੱਕ ਕਮਰੇ 'ਚ ਕਿੰਨਾ ਟਾਈਮ ਰਹੇਂਗੀ ਤੂੰ, ਕਿ ਸਾਰੀ ਉਮਰ ਲੰਘਾ ਦੇਂਗੀ? ਤੈਨੂੰ ਨਹੀਂ ਪਤਾ ਤੇਰੀ ਪੋਟੈਂਸ਼ੀਅਲ ਦਾ, ਤੈਨੂੰ ਨਹੀਂ ਪਤਾ ਤੇਰਾ ਦਿਮਾਗ ਕੀ ਕਰ ਸਕਦਾ। ਕਿਉਂਕਿ ਮੇਰੇ ਲਈ ਮੋਟੀਵੇਸ਼ਨ ਕੋਈ ਵੀ ਨਹੀਂ ਸੀਗਾ, ਕੋਈ ਇੱਕ ਚੀਜ਼ ਵੀ ਐਜੀ ਨਹੀਂ ਸੀ ਜਿਹੜੀ ਮੈਨੂੰ ਮੋਟੀਵੇਟ ਕਰ ਸਕਦੀ। ਉਦੋਂ ਮੈਨੂੰ ਉਹ ਲਾਸਟ ਦਿਨ ਯਾਦ ਆ ਜਦੋਂ ਮੈਂ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਆਪ ਨੂੰ ਦੇਖ ਕੇ ਰੋਈ ਹਾਂ, ਆਪਣੇ ਆਪ ਨੂੰ ਦੇਖ ਕੇ ਹੰਝੂ ਰੋਈ ਹਾਂ। ਉਸ ਟਾਈਮ ਮੈਂ ਦੇਖਦੀ ਰਹੀ ਕਿ ਵਿਸ਼ਾਲ ਬਸ ਕਰ ਯਾਰ, ਇਹ ਹੰਝੂ ਜੇ ਤੇਰੇ ਨਿਕਲੇ ਨੇ ਓਕੇ ਆ, ਅੱਜ ਇਸ ਦੁੱਖ ਲਈ ਰੱਜ ਕੇ ਰੋ ਲੈ, ਅੱਜ ਤੋਂ ਬਾਅਦ ਇਸ ਦੁੱਖ ਵਾਸਤੇ ਰੋਣਾ ਨਹੀਂ ਤੂੰ। ਠੀਕ ਹੈ, ਮੈਂ ਰੋਈ ਹਾਂ, ਬਹੁਤ ਰੋਈ। ਉਸ ਤੋਂ ਬਾਅਦ ਮੈਂ ਚੁੱਪ ਕਰ ਗਈ। ਉਸ ਦਿਨ ਮੈਂ ਸੋਚ ਲਿਆ ਵੀ ਮੈਂ ਹੁਣ ਨਿਕਲਣਾ ਘਰੋਂ, ਮੈਂ ਸਟੈਪ ਆਊਟ ਕਰਨਾ, ਮੈਂ ਇਸ ਦੁਨੀਆ ਦਾ ਸਾਹਮਣਾ ਕਰੂੰਗੀ। ਕਿੰਨਾ ਟਾਈਮ ਲੁਕੀ ਰਵਾਂਗੀ? ਕੀ ਸਾਰੀ ਉਮਰ ਇੱਕ ਕਮਰੇ 'ਚ ਲੰਘੀ ਜਾ ਸਕਦੀ ਹੈ? ਨਹੀਂ, ਇਹ ਕਦੇ ਨਹੀਂ ਹੋ ਸਕਦਾ।
ਮੈਂ ਵਾਕ ਕਰਨੀ ਸ਼ੁਰੂ ਕੀਤੀ। 120 ਕਿਲੋ ਵਜ਼ਨ ਸੀਗਾ। ਵਾਕ ਤੋਂ ਬਾਅਦ ਸਾਈਕਲਿੰਗ ਤੇ ਆਈ। ਸਾਈਕਲਿੰਗ ਤੋਂ ਬਾਅਦ ਮੈਂ ਲਗਾਤਾਰ ਆਪਣੇ ਆਪ ਦੀ ਕੇਅਰ ਕੀਤੀ, ਠੀਕ ਹੈ, ਸਾਰਾ ਕੁਝ ਜੋ ਸੀਗਾ ਕਰਦੇ ਕਰਾਂਦੇ ਮੇਰਾ ਵਜ਼ਨ ਜਿਹੜਾ ਹੈਗਾ ਮੈਂ 25 ਕਿਲੋ ਲੂਜ਼ ਕੀਤਾ। ਅੱਜ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ। 25 ਕਿਲੋ ਵਜ਼ਨ ਆਪਣਾ ਮੈਂ ਘਟਾਇਆ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਮੇਰੇ ਦਿਮਾਗ ਦੇ ਵਿੱਚ ਗੱਲ ਆਈ ਕਿ ਹੁਣ ਔਰਤਾਂ ਦੀ ਪਹਿਲਾਂ ਮੈਂ ਗੱਲ ਕਰਦੀ ਹਾਂ, ਫਿਰ ਉਸ ਤੋਂ ਬਾਅਦ ਉਸ ਗੱਲ ਤੇ ਆਵਾਂਗੀ ਜਿਹੜੀ ਰਿਸਰਚ ਕੀਤੀ। ਤੇ ਉਹ ਗੱਲ ਮੇਰੇ ਦਿਮਾਗ 'ਚ ਐਂ ਆਈ ਵੀ 2 ਚੀਜ਼ਾਂ ਮੈਂ ਆਪਣੀ ਜ਼ਿੰਦਗੀ 'ਚ ਐਕਸਪੀਰੀਅੰਸ ਕੀਤੀਆਂ ਔਰਤਾਂ ਬਾਰੇ, ਤੁਸੀਂ ਵੀ ਕੀਤੀਆਂ ਹੋਣੀਆਂ ਰਣਦੀਪ ਜੀ। ਕਿ ਪਹਿਲੀ ਗੱਲ ਕਿ ਔਰਤ ਹੀ ਔਰਤ ਦਾ ਦੁੱਖ ਸਮਝ ਸਕਦੀ ਹੈ। ਉਹਨੂੰ ਹੀ ਪਤਾ ਹੋ ਸਕਦਾ ਹੈ ਕਿ ਇਹਦੀ ਪੀੜ ਕੀ ਹੈ ਦੂਜੀ ਦੀ। ਬਿਲਕੁਲ। ਦੂਜੀ ਗੱਲ ਬਿਲਕੁਲ ਉਹਦੇ ਪੈਰਲਲ ਸੱਚ ਹੈ ਕਿ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਜਿੰਨੀਆਂ ਟੀਚਰਾਂ ਤੁਹਾਨੂੰ ਮਿਲਦੀਆਂ ਨੇ ਨਾ ਸਰੀਰ ਦੇ ਉੱਤੇ, ਉਹ ਸਾਰੀਆਂ ਦੀ ਸਾਰੀਆਂ ਔਰਤਾਂ 'ਚ ਆਉਂਦੀਆਂ ਨੇ ਪਹਿਲਾਂ। ਬਿਲਕੁਲ, ਠੀਕ ਹੈ, ਸ਼ੁਰੂਆਤ ਉੱਥੋਂ ਹੀ ਹੁੰਦੀ ਹੈ। ਹਾਂ, ਆ ਤੇਰਾ ਆ ਵਧਿਆ ਹੋਇਆ, ਤੇਰਾ ਆ ਘਟਿਆ ਹੋਇਆ, ਤੇਰਾ ਆ ਹੈ, ਤੇਰਾ ਉਹ ਹੈ, ਉੱਥੋਂ ਸ਼ੁਰੂ ਹੋ ਜਾਂਦਾ। ਤੇਰੇ ਆ ਨਹੀਂ ਜੱਚਦਾ, ਕੁੜੀਏ ਇਹ ਜਾਣਾ ਪਾਇਆ ਕਰ, ਐਂ ਪਾਇਆ ਕਰ ਤੂੰ, ਹਨਾ, ਇਹ ਚੀਜ਼ਾਂ। ਚਲੋ ਔਰਤਾਂ ਦੀ ਇਸ ਤਰ੍ਹਾਂ ਚੱਲਦੀ ਰਹੀ, ਚੱਲਦੀ ਅਜੇ ਵੀ ਚੱਲਦੀ ਹੈ। ਹੁਣ ਮੈਂ ਉਹਨਾਂ ਨੂੰ ਇਗਨੋਰ ਕਰਦੀ ਹਾਂ। ਹੁਣ ਮੈਂ ਉਹਨਾਂ ਨੂੰ ਤਵੱਜੋ ਹੀ ਦੇਣੀ ਬੰਦ ਕਰਤੀ ਕਿਉਂਕਿ ਮੈਨੂੰ ਪਤਾ ਮੈਂ ਉਹਨਾਂ ਹਾਲਾਤਾਂ 'ਚੋਂ ਕਿੱਦਾਂ ਨਿਕਲੀ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਲੋਕਾਂ ਦੇ ਵਰਡਸ ਹੁਣ ਮੇਰੇ ਲਈ ਮੈਟਰ ਕਰਦੇ ਆ। ਨੈਕਸਟ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਮਨਾ ਤੈਨੂੰ ਔਰਤਾਂ ਨੇ ਤਾਂ ਬਥੇਰੇ ਕਮੈਂਟ ਕੀਤੇ, ਬੰਦਿਆਂ 'ਚੋਂ ਬੜੇ ਘੱਟ ਬੋਲੇ, ਬਹੁਤ ਘੱਟ ਬੋਲੇ। ਕੀ ਇਹ ਸਮਾਜ ਦਾ ਹਿੱਸਾ ਨਹੀਂ ਹੈਗੇ ਨੇ, ਹਨਾ। ਤੇ ਮੈਂ ਨਾ ਸਿਗਮੰਡ ਫਰਾਇਡ ਨੂੰ ਪੜ੍ਹਿਆ ਜਦੋਂ, ਉਹਨਾਂ ਨੇ ਇੱਕ ਗੱਲ ਲਿਖੀ ਹੋਈ ਸੀਗੀ ਕਿ ਮਨੁੱਖ ਸਭ ਤੋਂ ਘਟੀਆ ਪ੍ਰਾਣੀ ਹੈ। ਤੇ ਜੇ ਮਨੁੱਖ ਘਟੀਆ ਪ੍ਰਾਣੀ ਆ, ਉਹਦੇ 'ਚ ਔਰਤਾਂ ਵੀ ਆਉਂਦੀਆਂ, ਉਹ 'ਚ ਬੰਦੇ ਵੀ ਆਉਂਦੇ ਨੇ, ਹਨਾ। ਤੇ ਮੈਂ ਉਸ ਮੈਂਟੈਲਿਟੀ ਨੂੰ ਦੇਖਣ ਵਾਸਤੇ ਇੱਕ ਕੁਐਸਚਨਰ ਤਿਆਰ ਕੀਤਾ ਤੇ ਮੈंने ਸੋਚਿਆ ਵੀ ਹੁਣ ਇਹ 'ਤੇ ਰਿਸਰਚ ਕੀਤੀ ਜਾਵੇ। ਮੈਂ ਯੂਨੀਵਰਸ ਲਿਆ ਆਪਣਾ 100 ਜਣਿਆਂ ਦਾ ਸੈਂਪਲ ਲਿਆ, 100 ਬੰਦਿਆਂ ਨਾਲ ਮੈਂ ਜਿਹੜੀ ਹੈਗੀ ਆ ਇੰਟਰੈਕਸ਼ਨ ਕੀਤੀ ਆ। ਤੇ ਉਸ ਇੰਟਰੈਕਸ਼ਨ ਦੇ ਵਿੱਚ ਮੈਂ ਜਿਹੜੀ ਹੈ ਉਹ ਮੈਂ ਖੁਦ ਨਹੀਂ ਫੇਸ ਟੂ ਫੇਸ ਹੋਈ, ਮੈਂ ਕਿਸੇ ਆਪਣੇ ਦੋਸਤ ਦੀ ਮਦਦ ਲਈ। ਤੇ ਮੈंने ਕਿਹਾ ਵੀ ਉਹ ਏਜ ਗਰੁੱਪ ਸੀਗਾ 21 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਬੰਦਿਆਂ ਦਾ, ਉਹ ਬੰਦਿਆਂ ਦਾ ਜਿਹੜੇ ਵਿਆਹਣ ਯੋਗੇ ਨੇ। ਉਸ ਤੋਂ ਪਹਿਲੇ ਵਾਲਿਆਂ ਨਾਲ ਮੈਂ ਗੱਲ ਨਹੀਂ ਕੀਤੀ ਹੈਗੀ, ਬੱਚਿਆਂ ਨਾਲ ਵਿਆਹਣ ਯੋਗੇ ਨੇ ਉਹਨਾਂ ਨਾਲ ਮੈਂ ਗੱਲ ਕੀਤੀ। ਤੇ ਮੈਂ ਉਹਨਾਂ 'ਚੋਂ ਸਭ ਤੋਂ ਪਹਿਲਾ ਸਵਾਲ ਸੀਗਾ ਕਿ ਤੁਹਾਨੂੰ ਪਲੱਸ ਸਾਈਜ਼ ਵਿਮਨ ਪਸੰਦ ਨੇ? ਤੇ ਤੁਸੀਂ ਯਕੀਨ ਕਰਨਾ 100 ਦੇ ਵਿੱਚੋਂ 90 ਨੇ ਕਿਹਾ ਹਾਂ ਪਸੰਦ ਨੇ। 90 ਮੁੰਡਿਆਂ ਨੂੰ ਮੋਟੀਆਂ ਕੁੜੀਆਂ ਪਸੰਦ ਨੇ? ਹਾਂਜੀ। 90 ਜਣਿਆਂ ਨੇ ਕਿਹਾ ਸਾਨੂੰ ਚਬੀ ਕੁੜੀਆਂ ਬੜੀਆਂ ਪਸੰਦ ਨੇ। ਠੀਕ ਹੈ, ਵਿਆਹ ਦੇ ਲਈ ਨਹੀਂ, ਪਸੰਦ ਨੇ। ਪਸੰਦ ਨੇ ਪਰ ਵਿਆਹ ਨਹੀਂ ਕਰਵਾਉਣਾ ਚਾਹੁੰਦੇ। ਦੂਜਾ ਸਵਾਲ ਮੈਂ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਉਹਨਾਂ ਨਾਲ ਵਿਆਹ ਕਰਾਉਣਾ ਚਾਹੋਗੇ? ਤਾਂ ਬਿਗ ਨੋ, ਨਹੀਂ, ਆ ਜਵਾਬ ਸੀਗੇ। ਤੇ ਨੀਚੇ ਮੈਂ ਕਮੈਂਟਸ ਉਹਨਾਂ ਦੇ ਮੈਂ ਕਿਹਾ ਵੀ ਜੇ ਨਹੀਂ ਕਰਵਾਉਣਾ ਚਾਹੁੰਦੇ ਤਾਂ ਉਹਦਾ ਕਾਰਨ ਦੱਸੋ, ਜੇ ਕਰਵਾਉਣਾ ਚਾਹੁੰਦੇ ਤਾਂ ਵੀ ਉਹਦਾ ਕਾਰਨ ਦੱਸੋ। ਤੇ ਉਹਨਾਂ ਸਾਰਿਆਂ ਦੇ ਵਿੱਚੋਂ ਸਾਰਿਆਂ ਨੇ ਨਾਲ ਖੜੀ ਜੱਚਣੀ ਚਾਹੀਦੀ ਹੈ। ਬੰਦੇ ਦੀ ਟੌਰ ਹੀ ਘਰ ਵਾਲੀ ਨਾਲ ਹੁੰਦੀ ਹੈ। ਪਤਲੀ ਹੋਵੇ, ਲੰਬੀ ਹੋਵੇ, ਸੋਹਣੀ ਹੋਵੇ, ਗੋਰੀ ਹੋਵੇ, ਤਾਂ ਹੀ ਖੜੀ ਨਾਲ ਜੱਚਦੀ ਹੈ। ਚਲੋ ਕਹਿੰਦੇ ਇੱਕ ਘੜੀ ਲਈ ਅਸੀਂ ਜੇ ਸਾਨੂੰ ਪਿਆਰ ਹੋ ਵੀ ਜਾਂਦਾ ਸਾਡੇ ਘਰ ਦੇ ਮੰਨ ਜਾਣਗੇ। ਇਹ ਤਾਂ ਬਹੁਤ ਵੱਡਾ ਓਲਾ ਹੁੰਦਾ ਜੀ। ਜਿੱਥੇ ਤੁਸੀਂ ਇਹੋ ਜਿਹੇ ਬੰਦੇ ਹੋ ਨਾ, ਜਿੱਥੇ ਆਪਣੀ ਅੜੀ ਤੇ ਆ ਜਾਓ ਨਾ, ਜਿਹਨੂੰ ਮਰਜ਼ੀ ਲਿਆ ਸਕਦੇ ਹੋ। ਘਰ ਦੇ ਤੁਹਾਡੇ ਕੁਝ ਨਹੀਂ ਕਹਿ ਸਕਦੇ ਹੈਗੇ, ਇਹ ਸਮਾਜ ਕੁਝ ਨਹੀਂ ਕਹਿ ਸਕਦਾ। ਪਰ ਇਹ ਸਿਰਫ ਓਲੇ ਹੁੰਦੇ ਨੇ ਜਿਹੜੇ ਅਸੀਂ ਨਾ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਡਿਫੈਂਸ ਮੈਕੈਨਿਜ਼ਮ ਯੂਜ਼ ਕਰਦੇ ਹਾਂ, ਜਿਹਨੂੰ ਆਪਾਂ ਕਹਿੰਦੇ ਹਾਂ ਸਾਈਕੋਲੋਜੀ ਦੀ ਟਰਮ 'ਚ। ਇਸ ਤਰ੍ਹਾਂ ਦੇ ਉਹਨਾਂ ਵਿੱਚੋਂ 100 ਦੇ ਵਿੱਚੋਂ ਕੋਈ ਇੱਕ, ਹੁਣ ਮੈਂ ਕਿਉਂਕਿ ਉਹਦੇ ਵਿੱਚ ਐਨੋਨੀਮਸਲੀ ਕੀਤਾ ਤੇ ਮੈਂ ਨਾਮ ਲਿਖਣ ਲਈ ਸਾਰਿਆਂ ਨੂੰ ਮਨਾ ਕੀਤਾ ਸੀ ਕਿਉਂਕਿ ਮੈਨੂੰ ਸਿਰਫ ਮਤਲਬ ਸੀਗਾ ਕਿ ਓਵਰਆਲ ਜਿਹੜੀ ਕੀ ਆਉਂਦੀ ਆ ਨਾ, ਆਊਟਪੁੱਟ ਕੀ ਆਉਂਦੀ ਹੈ। ਮੈਂ ਉਸ 'ਤੇ ਜਿਹੜਾ ਇੱਕੋ ਹੀ ਮੁੰਡਾ ਸੀ ਕਿ ਬੰਦਾ ਸੀ, ਉਹਨੇ ਲਿਖਿਆ ਹੋਇਆ ਸੀਗਾ, ਕਹਿੰਦਾ ਵੀ ਮੈਂ ਕਰਵਾਉਣ ਨੂੰ ਤਿਆਰ ਹਾਂ। ਮੈਨੇ ਜਿਹੜਾ ਵਿਆਹ ਕਰਾਉਣਾ ਉਹ ਸੋਚ ਨਾਲ ਕਰਾਉਣਾ ਤੇ ਮੈਨੂੰ ਚਾਹੀਦਾ ਕਿ ਕੁੜੀ ਦਿਮਾਗੀ ਤੌਰ 'ਤੇ ਜਿਹੜੀ ਆ ਉਹ ਤੰਦਰੁਸਤ ਹੋਵੇ, ਉਹਦੀ ਸੋਚ ਚੰਗੀ ਹੋਵੇ ਤਾਂ ਕਿ ਮੇਰੇ ਬੱਚੇ ਵੀ ਚੰਗੇ ਹੋ ਸਕਣ ਤੇ ਅਸੀਂ ਖੁਸ਼ਹਾਲ ਜੀਵਨ ਜੀ ਸਕੀਏ। 100 ਦੇ ਵਿੱਚੋਂ ਇੱਕ ਨੇ ਇਹ ਗੱਲ ਲਿਖੀ। ਚਲੋ ਮੈਂ ਉਹਦਾ ਜਵਾਬ ਪੜ੍ਹ ਕੇ ਨਾ ਇੱਦਾਂ ਸੋਚਿਆ, ਮੈਂ ਕਿਹਾ ਸ਼ੁਕਰ ਹੈ ਭਰਾਵਾ ਤੂੰ ਮਰਦਾਂ ਦੀ ਲਾਜ ਰੱਖ ਲਈ। ਬਾਕੀਆਂ ਨੂੰ ਮੈਂ ਸ਼ਾਇਦ ਹੁਣ ਮੈਂ ਕੀ ਕਹਾਂ, ਮੈਂ ਇਹ ਨਾ ਸਾਰੀ ਗੱਲਾਂ ਤੋਂ ਬਾਅਦ ਇੱਕ ਨਤੀਜੇ ਤੇ ਪਹੁੰਚੀ, ਸਾਡੇ ਸਮਾਜ ਦੇ ਵਿੱਚ ਮਰਦ ਤੇ ਔਰਤ ਦੋਹਾਂ ਦੀ ਕਮੀ ਹੈ। ਉੱਦਾਂ ਸਰੀਰ ਬਹੁਤ ਤੁਰੇ ਫਿਰਦੇ ਨੇ। ਔਰਤਾਂ ਹੋਣ ਲਈ ਤੁਹਾਨੂੰ ਸੰਵੇਦਨਸ਼ੀਲ ਹੋਣਾ ਪੈਂਦਾ ਹੈ, ਤੁਹਾਨੂੰ ਇਮੋਸ਼ਨਲ ਹੋਣਾ ਪੈਂਦਾ ਹੈ। ਉਹ ਗੁਣ ਹੈ ਔਰਤ ਦਾ, ਠੀਕ ਹੈ। ਉਹ ਦੂਜੇ ਦਾ ਦੁੱਖ ਨਹੀਂ ਦੇਖ ਸਕਦੀ। ਪਰ ਅਸੀਂ ਤਾਂ ਇੱਥੇ ਟੀਚਰਾਂ ਕਰਦੇ ਪਏ ਹਾਂ, ਤੁਹਾਨੂੰ ਔਰਤ ਕਿੱਦਾਂ ਕਹਿ ਦੇਵਾਂ ਮੈਂ ਜੀ। ਤੁਸੀਂ ਤਾਂ ਉਹਦੀ ਦੁੱਖ ਦੀ ਰਗ 'ਤੇ ਹੱਥ ਧਰ ਕੇ ਹੋਰ ਦਿਖਾਉਂਦੇ ਹੋ, ਤੁਹਾਨੂੰ ਔਰਤ ਕਿੱਦਾਂ ਕਹਿ ਦਾਂ। ਮਰਦ ਕੌਣ ਹੁੰਦਾ? ਮਰਦ ਮੂਹਰੇ ਹੋ ਕੇ ਜ਼ਿੰਮੇਵਾਰੀ ਸਾਂਭਦਾ। ਇੱਕ ਫਿਲਮ ਦਾ ਡਾਇਲੋਗ ਹੈ, ਪ੍ਰੋਟੈਕਟਡ ਫੀਲ ਕਰਵਾਉਂਦਾ ਜੀ, ਇੱਕ ਫਿਲਮ ਦਾ ਡਾਇਲੋਗ ਹੈ, ਉਹ ਕਹਿੰਦਾ ਕਿ ਰੰਨ ਦੀ ਬਾਂਹ ਫੜਨਾ ਯੋਧਿਆਂ ਤੇ ਵੈਲੀਆਂ ਦਾ ਕੰਮ ਹੁੰਦਾ ਹੈ,
ਯੋਧੇ ਤੇ ਵੈਲੀ ਨੂੰ ਚੈਲੰਜ ਕਰਨਾ ਬੜਾ ਔਖਾ ਹੈ। ਉਹ ਅਸਲ ਮਰਦ ਹੁੰਦੇ ਨੇ। ਉਹ ਜਿਹਦੀ ਇੱਕ ਵਾਰ ਬਾਂਹ ਫੜ ਲਈ ਯਾਨੀ ਕਿ ਹੱਥ ਫੜ ਕੇ ਸਾਰੀ ਉਮਰ ਨਿਭਾਉਣ ਵਾਲਾ ਕੰਮ। ਜਿਹਦੀ ਇੱਕ ਵਾਰ ਬਾਂਹ ਫੜ ਲਈ ਉਹ ਛੱਡਦੇ ਨਹੀਂ ਹੁੰਦੇ। ਤੇ ਇਦਾਂ ਦੇ ਮਰਦ ਜਿਹੜਾ ਪ੍ਰੋਟੈਕਟਿਵ ਹੁੰਦਾ ਹੈ, ਠੀਕ ਹੈ, ਮਰਦ ਜਿਹੜਾ ਹੈਗਾ ਉਹ ਜ਼ਿੰਮੇਵਾਰੀ ਲੈਣ ਵਾਲਾ ਹੁੰਦਾ। ਨਾ ਤਾਂ ਮੈਨੂੰ ਸਮਾਜ ਦੇ ਵਿੱਚ ਮਰਦ ਨਜ਼ਰ ਆ ਰਹੇ ਨੇ, ਨਾ ਮੈਨੂੰ ਔਰਤਾਂ ਨਜ਼ਰ ਆ ਰਹੀਆਂ ਨੇ। ਅਸੀਂ ਬਸ ਸਰੀਰ ਤੁਰੇ ਫਿਰਦੇ ਹਾਂ। ਸਾਡਾ ਇੰਨਾ ਬੁਰਾ ਹਾਲ ਹੈ। ਸੰਵੇਦਨਸ਼ੀਲਤਾ ਸਾਡੇ 'ਚ ਖਤਮ ਹੋ ਚੁੱਕੀ ਹੈ। ਜ਼ਿੰਮੇਵਾਰੀਆਂ ਸਾਡੇ 'ਚ ਖਤਮ ਹੋ ਚੁੱਕੀਆਂ ਨੇ, ਬਿਲਕੁਲ ਖਤਮ ਹੋ ਗਈਆਂ ਸੀ ਇਸ ਪੱਖ ਤੋਂ। ਸਾਡੇ 'ਚੋਂ ਇਹ ਚੀਜ਼ਾਂ ਨਹੀਂ ਰਹੀਆਂ। ਵਿਸ਼ਾਲਦੀਪ, ਜਿਸ ਢੰਗ ਨਾਲ ਮਾਰਕੀਟਿੰਗ ਏਜੰਸੀਜ਼ ਕੰਮ ਕਰ ਰਹੀਆਂ ਨੇ, ਹੈ ਨਾ, ਇਹ ਕਰੀਮ ਲਾ ਲਓ ਗੋਰੇ ਹੋ ਜਾਓਗੇ, ਇਹ ਦਵਾਈ ਖਾ ਲਓ ਇਹਦੇ ਨਾਲ ਇੰਨੇ ਦਿਨਾਂ 'ਚ ਇੰਨੇ ਕਿਲੋ ਵਜ਼ਨ ਘਟ ਜਾਊਗਾ, ਇਹ ਵਾਲਾ ਡਾਈਟ ਪਲਾਨ ਲਓ, ਹੈ ਨਾ। ਮੈਂ ਥੋੜ੍ਹਾ ਸਮਾਂ ਪਹਿਲਾਂ ਲੇਖ ਪੜ੍ਹਿਆ ਸੀ ਡਾਕਟਰ ਸਵਰਾਜਵੀਰ ਹੋਰਾਂ ਦਾ, ਟ੍ਰਿਬਿਊਨ ਦੇ ਵਿੱਚ ਇੱਕ ਲੇਖ ਸੀ, ਨਾਰੀ ਦੇਹ 'ਤੇ ਲੱਗੇ ਹੋਏ ਜ਼ਾਬਤੇ। ਜੀ, ਉਹਦੇ 'ਚ ਇਹ ਸੀਗਾ ਕਿ ਬਹੁਤ ਸੋਹਣੇ ਉਹ ਰਚਨਾ ਸੀ। ਉਹਨੇ ਲਿਖਿਆ ਕਿ ਵੀ ਔਰਤ ਦਾ ਸਰੀਰ ਜਿਵੇਂ ਦਾ ਹੈਗਾ ਨਾ, ਉਹਦੇ ਮਨ ਦੇ ਵਿੱਚ ਇਹ ਗੱਲਾਂ ਪਾਈਆਂ ਗਈਆਂ, ਚਾਹੇ ਮਾਰਕੀਟਿੰਗ ਏਜੰਸੀਆਂ ਵੱਲੋਂ, ਕਿ ਤੂੰ ਪਤਲੀ ਹੋਣੀ ਚਾਹੀਦੀ ਹੈ ਤਾਂ ਕਿ ਮਰਦ ਨੂੰ ਭਰਮਾ ਸਕੇ, ਜੀ, ਤੂੰ ਗੋਰੀ ਹੋਣੀ ਚਾਹੀਦੀ ਹੈ ਤਾਂ ਕਿ ਤੂੰ ਉਹਨੂੰ ਸੋਹਣੀ ਲੱਗ ਸਕੇ। ਮਤਲਬ ਉਹਦੀ ਜੋ ਸ਼ਕਤੀ ਸੀ ਉਹਨੂੰ ਇੱਕ ਭ੍ਰਮਣ ਜਾਲ ਦੇ ਵਿੱਚ ਹੀ ਉਲਝਾਤਾ। ਬਿਲਕੁਲ, ਜੋ ਉਹਨੇ ਕੰਮ ਕਰਨਾ ਸੀ ਉਹ ਤਾਂ ਉਹਨੂੰ ਕਰਨ ਹੀ ਨਹੀਂ ਦੇ ਰਹੇ। ਬਿਲਕੁਲ, ਇਹ ਜੋ ਉਹਦੀ ਕ੍ਰੀਏਟੀਵਿਟੀ ਹੈ ਉਹਨੂੰ ਉਹ ਤਾਂ ਦਿਖਾਉਣ ਦਾ ਮੌਕਾ ਹੀ ਨਹੀਂ ਮਿਲ ਰਿਹਾ। ਉਹਨੂੰ ਸਿਰਫ ਸਰੀਰਕ ਦਿੱਖ ਦੇ ਉੱਤੇ ਹੀ ਉਲਝਾ ਕੇ ਰੱਖ ਦਿੱਤਾ ਔਰਤ ਨੂੰ, ਹੈ ਨਾ। ਇੱਕ ਅਸੀਂ ਬਹੁਤ ਸਾਰੇ ਜ਼ਾਬਤੇ ਉੱਤੇ ਲਗਾਤੇ, ਤੂੰ ਐਵੇਂ ਦੀ ਹੋਣੀ ਚਾਹੀਦੀ ਹੈ, ਐਵੇਂ ਦੀ ਨਹੀਂ ਹੋਣੀ ਚਾਹੀਦੀ। ਬਿਲਕੁਲ, ਆਪਾਂ ਗੱਲ ਕਰ ਰਹੇ ਸੀ ਕਿ ਜਿਸ ਤਰ੍ਹਾਂ ਅਸੀਂ ਬਹੁਤ ਸਾਰੇ ਜਿਹੜੇ ਕਾਮੇਡੀ ਸ਼ੋਜ਼ ਦੇਖਦੇ ਹਾਂ ਜਾਂ ਸਟੈਂਡ ਅਪ ਕਾਮੇਡੀ ਦੇਖਦੇ ਹਾਂ ਜਾਂ ਕੁਛ ਵੀ, ਹੈ ਨਾ, ਉਹਦੇ ਵਿੱਚ ਵੀ ਜੇ ਅਸੀਂ ਸਰੀਰ ਨੂੰ ਦਰਕਿਨਾਰ ਕਰ ਦਈਏ, ਉਹਨਾਂ ਕੋਲ ਕੁਛ ਵੀ ਨਹੀਂ ਕਾਮੇਡੀ ਕਰਨ ਨੂੰ, ਕੁਛ ਵੀ ਨਹੀਂ ਹੈ ਜੀ। ਸਾਡੀ ਫਿਲਮਾਂ ਚੱਕ ਕੇ ਦੇਖ ਲਓ, ਜਿਹੜਾ ਇੱਕ ਮੋਟਾ ਪਾਤਰ ਹੈ ਜਾਂ ਫਿਰ ਜਿਹੜਾ ਪਤਲਾ ਪਾਤਰ ਹੈ, ਉਹ ਵਿਚਾਰੇ ਨੂੰ ਮਜ਼ਾਕ ਵਾਸਤੇ ਯੂਜ਼ ਕਰਦੇ ਨੇ। ਮੈਨੂੰ ਬੜਾ ਅਫਸੋਸ ਹੁੰਦਾ ਜਦੋਂ ਕੁੜੀਆਂ ਖਾਸ ਕਰ ਆਉਂਦੀਆਂ ਨੇ ਨਾ, ਤੇ ਉਹਨੂੰ ਮੈਨੂੰ ਕਈ ਫਿਲਮਾਂ ਯਾਦ ਆ ਰਹੀਆਂ ਨੇ, ਮੈਂ ਪਰਟੀਕੂਲਰ ਕਿਸੇ ਦਾ ਨਾਂ ਨਹੀਂ ਲਊਂਗੀ, ਉੱਥੇ ਉਹਨਾਂ ਨੂੰ ਮਜ਼ਾਕ ਵਾਂਗੂ ਵਰਤਿਆ ਗਿਆ, ਹੈ ਨਾ, ਵੱਡੇ ਵੱਡੇ ਐਕਟਰਸ ਵੱਲੋਂ ਵਰਤਿਆ ਗਿਆ, ਤੇ ਕਿਸ ਤਰ੍ਹਾਂ ਉਹਨਾਂ ਦਾ ਮਜ਼ਾਕ ਉਡਾਇਆ ਗਿਆ, ਹੈ ਨਾ, ਬੰਦਿਆਂ ਦਾ ਵੀ ਕਿਸ ਤਰ੍ਹਾਂ ਮਜ਼ਾਕ ਉਡਾਇਆ ਗਿਆ। ਮੈਂ ਇਹ ਸੋਚਦੀ ਹਾਂ ਵੀ ਮੈਨੂੰ ਕੋਈ ਕਿੰਨੀ ਵੀ ਕੀਮਤ ਦੇ ਦੇ, ਮੈਂ ਇਸ ਮਜ਼ਾਕ ਦਾ ਪਾਤਰ ਬਣਨ ਲਈ ਤਿਆਰ ਨਹੀਂ। ਮੈਂ ਨਹੀਂ ਆਉਂਗੀ ਇਹਨਾਂ ਚੀਜ਼ਾਂ ਨੂੰ। ਸਾਨੂੰ ਇਹਨਾਂ ਚੀਜ਼ਾਂ ਦੇ ਖਿਲਾਫ ਹੋਣਾ ਹੀ ਪੈਣਾ। ਬਿਲਕੁਲ, ਤੁਹਾਨੂੰ ਕਿੰਨੇ ਕੁ ਪੈਸੇ ਮਿਲ ਜਾਣਗੇ ਆਪਣਾ ਮਜ਼ਾਕ ਉਡਵਾਉਣ ਲਈ, ਠੀਕ ਹੈ। ਕਾਮੇਡੀ ਦੇ ਵਿੱਚੋਂ ਤੁਸੀਂ ਸਰੀਰ ਨੂੰ ਕੱਢ ਦਿਓ। ਤੁਸੀਂ ਇਹਨਾਂ ਨੂੰ ਕਹਿ ਦਿਓ ਕਾਮੇਡੀਅਨਸ ਨੂੰ ਕਿ ਤੁਸੀਂ ਸ਼ਕਲ 'ਤੇ ਪੰਚ ਨਹੀਂ ਮਾਰਨਾ, ਤੁਸੀਂ ਕਿਸੇ ਦੇ ਸਰੀਰ 'ਤੇ ਪੰਚ ਨਹੀਂ ਮਾਰਨਾ। ਹੁਣ ਤੁਸੀਂ ਉਸ ਤੋਂ ਬਾਅਦ ਕਾਮੇਡੀ ਕਰੋ, ਉਹਨਾਂ ਕੋਲ ਬਚਦਾ ਹੀ ਕੁਛ ਨਹੀਂ, ਕਿਉਂਕਿ ਉਹਨਾਂ ਦੀ ਸ਼ੁਰੂਆਤ ਇੱਥੇ ਹੁੰਦੀ ਆ, ਉਹ ਤੂੰ ਫਲਾਣੇ ਜੇ ਮੂੰਹ ਵਾਲੇ ਆ, ਉਹ ਤੂੰ ਇਹੋ ਜਿਹਾ ਤਾਂ ਹੈਗਾ, ਇੱਥੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ, ਠੀਕ ਹੈ। ਜਦੋਂ ਉਹਨਾਂ ਦੀ ਸ਼ੁਰੂਆਤ ਹੀ ਖਤਮ ਕਰਤੀ, ਤੁਸੀਂ ਮੁੜ ਕੇ ਤਾਂ ਕੁਝ ਹੈ ਹੀ ਨਹੀਂ, ਬਚਿਆ ਹੀ ਨਹੀਂ ਉਹਨਾਂ ਕੋਲ ਕਾਮੇਡੀ ਕਰਨ ਨੂੰ, ਉਹਨਾਂ ਕੋਲ ਕੁਛ ਨਹੀਂ ਹੈ। ਸਾਡੇ ਕੋਲ ਬੜਾ ਵੱਡਾ ਐਗਜ਼ਾਮਪਲ ਨੇ ਭਾਰਤੀ ਸਿੰਘ, ਬਹੁਤ ਪਿਆਰੀ ਕੁੜੀ ਆ ਉਹ, ਹੈ ਨਾ, ਬਹੁਤ ਐਸਟੈਬਲਿਸ਼ ਹੋਈ ਆ, ਬੜਾ ਨਾਮਣਾ ਖੱਟਿਆ, ਹੈ ਨਾ, ਬਹੁਤ ਜ਼ਿਆਦਾ ਰਿਸਪੈਕਟ ਕਰਦੀ ਹਾਂ ਮੈਂ ਉਹਨਾਂ ਦੀ। ਲੇਕਿਨ ਉਹਨਾਂ ਨੇ ਆਪਣੇ ਸਰੀਰ ਨੂੰ ਜੋ ਜਿਸ ਤਰ੍ਹਾਂ ਪ੍ਰੈਜ਼ੈਂਟ ਕੀਤਾ, ਹੈ ਨਾ, ਹਾਲੇ ਹੁਣ ਤਾਂ ਉਹਨਾਂ ਨੇ ਆਪਣਾ ਵੇਟ ਲੂਜ਼ ਕੀਤਾ, ਕਾਫੀ ਸਭ ਕੁਝ ਕੀਤਾ, ਚਲੋ ਉਹਨਾਂ ਦੀ ਮਰਜ਼ੀ ਸੀਗੀ, ਲੇਕਿਨ ਉਹਨਾਂ ਚੀਜ਼ਾਂ ਨੇ ਉਹਨਾਂ ਨੂੰ ਤਾਂ ਇੱਕ ਫੇਮ ਦੇਤਾ ਉਸ ਮਜ਼ਾਕ ਨੇ, ਪਰ ਸਾਨੂੰ ਜ਼ਿਆਦਾ ਈਜ਼ੀ ਨਹੀਂ ਕਰਤਾ ਸਮਾਜ ਨੂੰ ਵੀ ਪੰਚ ਮਾਰੋ। ਬਹੁਤ ਈਜ਼ੀ ਨਹੀਂ ਕਰਤਾ ਤੁਹਾਨੂੰ, ਤਾਂ ਤੁਸੀਂ ਇੱਕ ਲੈਵਲ 'ਤੇ ਪਹੁੰਚ ਗਏ, ਅਤੇ ਜਿਹੜੀਆਂ ਕੁੜੀਆਂ ਕਦੇ ਨਹੀਂ ਪਹੁੰਚਣਗੀਆਂ ਕਿਸੇ ਲੈਵਲ 'ਤੇ, ਜਿਨ੍ਹਾਂ ਨੇ ਇੱਥੇ ਇੱਕ ਆਮ ਜ਼ਿੰਦਗੀ ਜੀਣੀ ਆ, ਉਹਨਾਂ ਲਈ ਮੁਸ਼ਕਿਲਾਂ ਨਹੀਂ ਖੜੀਆਂ ਕਰਦੀਆਂ ਤੁਸੀਂ। ਕਿ ਉਹ ਪੰਜ ਜਿਹੜੇ ਤੁਸੀਂ ਉੱਥੇ ਸਟੇਜ ਦੇ ਉੱਪਰ ਮਾਰਦੇ ਹੋ, ਜਿਹਦੇ ਨਾਲ ਤੁਹਾਨੂੰ ਕਈ ਕਰੋੜ ਰੁਪਇਆ ਮਿਲਦਾ ਹੈ, ਸਾਨੂੰ ਤਾਂ ਨਹੀਂ ਮਿਲਣਾ। ਸਾਡੇ ਕੋਲ ਤਾਂ ਰੋਟੀ ਜੋਗੇ ਪੈਸੇ ਮਸਾਂ ਨੇ, ਸਾਡੇ ਜਿਹੜੀ ਮਿਡਲ ਕਲਾਸ ਹੈ, ਠੀਕ ਹੈ। ਅਤੇ ਉਹ ਤੁਹਾਨੂੰ ਦੇਖ ਦੇਖ ਕੇ ਉਹ ਪੰਜ ਜਿਹੜੇ ਸਹਿ ਕੇ ਉਸ ਤੋਂ ਬਾਅਦ ਉਹ ਕੀ ਕਰਦਾ, ਉਹ ਉਸ ਤੋਂ ਬਾਅਦ ਡਿਸਾਈਡ ਕਰਦਾ ਮੈਂ ਜਾਵਾਂ ਕਿਸੇ ਕੋਲ ਜਿਹੜਾ ਮੈਨੂੰ ਕੋਈ ਸਸਤਾ ਤਰੀਕਾ ਦੱਸ ਦੇ ਜਿਹਦੇ ਨਾਲ ਮੇਰਾ ਵੇਟ ਲੂਜ਼ ਹੋ ਜਾਵੇ। ਅਸੀਂ ਫਿਰ ਉਸ ਤੋਂ ਬਾਅਦ ਕਿਹਦੇ ਧੱਕੇ ਚੜ੍ਹਦੇ ਹਾਂ, ਸੜਕ ਛਾਪ ਜਿਹੜੇ ਡਾਈਟੀਸ਼ੀਅਨਸ ਨੇ ਉਹਨਾਂ ਦੇ ਧੱਕੇ ਚੜ੍ਹਦੇ ਹਾਂ। ਮੈਂ ਨਹੀਂ ਕਹੂੰਗੀ ਵਧੀਆ ਡਾਈਟੀਸ਼ੀਅਨਸ, ਬਹੁਤ ਅੱਛੇ ਅੱਛੇ ਡਾਈਟੀਸ਼ੀਅਨਸ ਬੈਠੇ ਆ ਜਿਹੜੇ ਤੁਹਾਨੂੰ ਸਾਫ਼ ਕਹਿ ਦੇਣਗੇ ਜੀ ਕੋਈ ਸ਼ਾਰਟਕਟ ਨਹੀਂ ਹੈਗਾ ਵੇਟ ਲੂਜ਼ ਕਰਨ ਵਾਸਤੇ ਜੀ। ਹੁਣ ਇੱਥੇ ਵੇਟ ਲੂਜ਼ ਤੇ ਫੈਟ ਲੂਜ਼ ਦੇ ਵਿੱਚ ਬੜਾ ਫਰਕ ਹੈ, ਠੀਕ ਹੈ। ਅਸੀਂ ਫੈਟ ਘਟਾਉਣ ਨਹੀਂ ਜਾਂਦੇ, ਅਸੀਂ ਕਹਿੰਦੇ ਵੇਟ ਲੂਜ਼ ਹੋ ਜਾਏ ਜੀ ਬਸ। ਜੇ ਅੱਜ 100 ਕਿਲੋ ਦਿਖ ਰਿਹਾ ਨਾ ਤਾਂ ਮਹੀਨਾ ਲੰਘਣ ਤੋਂ ਬਾਅਦ ਮੈਨੂੰ 60 ਹੀ ਦਿਖੇ, ਕਿਵੇਂ ਮਰਜ਼ੀ ਕਰੋ। ਜਦੋਂ ਤੁਸੀਂ ਵੇਟ ਲੂਜ਼ ਕਰਦੇ ਹੋ ਨਾ, ਉਹਦੇ ਵਿੱਚ ਥੋੜਾ ਮਸਲ ਲਾਸ ਵੀ ਹੁੰਦਾ ਹੈ। ਮਸਲ ਜਿਹਦੇ ਨਾਲ ਸਾਨੂੰ ਤਾਕਤ ਮਿਲਦੀ ਹੈ, ਜਿਹਦੇ ਨਾਲ ਸਾਨੂੰ ਪਾਵਰ ਮਿਲਦੀ ਹੈ, ਜਿਹੜਾ ਕਿ ਸਾਡਾ ਚੰਗਾ ਬਿਲਡ ਹੋਣਾ ਚਾਹੀਦਾ ਸਾਡੀ ਬਾਡੀ 'ਚ। ਜਦੋਂ ਤੁਸੀਂ ਫੈਟ ਲੂਜ਼ ਕਰਦੇ ਆ ਤਾਂ ਥੋੜਾ ਬੈਡ ਫੈਟ ਜਾਂਦਾ ਹੈ। ਇਸ ਚੀਜ਼ ਦਾ ਫਰਕ ਨਹੀਂ ਪਤਾ ਲੋਕਾਂ ਨੂੰ। ਅਸੀਂ ਕਹਿੰਦੇ ਸਾਡੇ ਵੇਟ ਲੂਜ਼ ਕਰਨਾ, ਇਸ ਕਾਲੀ ਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲਿਖਵਾ ਲੈਂਦੇ ਹਾਂ, ਹੈ ਨਾ, ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਹੈਗੀਆਂ ਖਾਣੀਆਂ ਸ਼ੁਰੂ ਕਰਦੇ ਹਾਂ। ਨਤੀਜਾ ਕੀ ਹੁੰਦਾ ਹੈ, ਹਾਂ ਤੁਹਾਡਾ ਵੇਟ ਲੂਜ਼ ਹੋ ਜਾਂਦਾ, ਸਕਿਨ ਲਮਕ ਜਾਂਦੀ ਹੈ ਤੁਹਾਡੀ, ਕਿਉਂਕਿ ਤੁਸੀਂ ਕੋਈ ਕਸਰਤ ਨਹੀਂ ਕੀਤੀ, ਸ਼ਾਰਟਕਟ ਅਪਣਾਇਆ, ਸਕਿਨ ਲਮਕ ਗਈ,
ਝੁੱਟੀਆਂ ਪੈ ਗਈਆਂ ਤੁਹਾਡੇ, ਠੀਕ ਹੈ, ਦੇਖਣ ਨੂੰ ਤੁਸੀਂ ਬਿਮਾਰ ਲੱਗਣ ਲੱਗ ਗਏ, ਇਸ ਤਰ੍ਹਾਂ ਦੇ ਚੇਂਜਸ ਤੁਹਾਡੀ ਬਾਡੀ ਦੇ ਵਿੱਚ ਆ ਜਾਂਦੇ ਨੇ। ਉਹਨਾਂ ਡਾਈਟੀਸ਼ੀਅਨ ਜਿਨ੍ਹਾਂ ਕੋਲ ਤੁਸੀਂ ਜਾਂਦੇ ਹੋ ਉਹਨਾਂ ਨੂੰ ਕੋਈ ਫਰਕ ਨਹੀਂ ਹੈ। ਉਹਨਾਂ ਨੇ ਜਸਟ ਪੈਸੇ ਲੈਣੇ ਨੇ, ਤੁਹਾਨੂੰ ਡਾਈਟ ਚਾਰਟ ਦੇ ਦੇਣਾ, ਠੀਕ ਹੈ, ਜਾਂ ਫਿਰ ਉਹ ਦਵਾਈਆਂ ਲਿਖ ਕੇ ਦੇ ਦੇਣੀਆਂ ਨੇ, ਤੇ ਮੁੜ ਕੇ ਨਤੀਜੇ ਤੁਹਾਡੇ ਸਰੀਰ ਨੂੰ ਭੁਗਤਣੇ ਪੈਂਦੇ ਆ। ਉਹਦੇ ਨੁਕਸਾਨ ਕੀ ਹੁੰਦੇ ਨੇ? ਜਦੋਂ ਤੁਸੀਂ ਇਸ ਤਰ੍ਹਾਂ weight lose ਕਰਨਾ ਸ਼ੁਰੂ ਕਰਦੇ ਹੋ, ਚਾਹੇ ਮੁੰਡਾ ਹੈ ਚਾਹੇ ਕੁੜੀ ਆ, ਤੁਹਾਡੀ ਜਿਹੜੇ ਹਾਰਮੋਨਸ ਨੇ ਉਹ ਇੰਨੇ ਬੁਰੀ ਤਰ੍ਹਾਂ ਇੰਬੈਲੈਂਸ ਹੁੰਦੇ ਨੇ ਨਾ। ਜੇ ਕੁੜੀਆਂ ਇਸ ਤਰ੍ਹਾਂ ਕਰਦੀਆਂ ਨੇ ਤਾਂ ਤੁਸੀਂ ਇਹ ਵੀ ਸੋਚੋ ਕੱਲ ਨੂੰ ਤੁਸੀਂ ਮਾਵਾਂ ਬਣਨਾ, ਠੀਕ ਹੈ, ਤੇ ਤੁਹਾਡਾ ਜਿਹੜਾ ਫੀਮੇਲ ਹਾਰਮੋਨ ਨੇ ਉਹਨਾਂ ਤੇ ਇੰਨਾ ਬੈਡ ਇੰਪੈਕਟ ਪੈਂਦਾ ਇਸ ਚੀਜ਼ ਦਾ, ਤੁਸੀਂ ਉਸ ਚੀਜ਼ ਲਈ ਸਟਰਗਲ ਕਰਨ ਲੱਗ ਜਾਂਦੇ ਹੋ ਮੁੜ ਕੇ। ਮੁੰਡਿਆਂ ਦਾ ਟੈਸਟੋਸਟੀਰੋਨ ਲੈਵਲ ਘਟ ਜਾਂਦਾ, ਮੇਲ ਹਾਰਮੋਨਸ ਜਿਹੜੇ ਫੈਟ ਲੂਜ਼ ਕਰਨ ਦੀ ਕਾਹਲੀ ਦੇ ਵਿੱਚ ਫਟਾਫਟ ਉਹਨਾਂ ਦੇ ਹਿਸਾਬ ਨਾਲ ਚੱਲੀ ਜਾਂਦੇ ਨੇ। ਤੁਸੀਂ ਇਹ ਤਾਂ ਸੋਚੋ ਤੁਸੀਂ ਆਪਣਾ ਨੂੰ ਕਿੱਥੇ ਲੈ ਕੇ ਖੜਾ ਕਰ ਲਿਆ ਜੀ, ਠੀਕ ਹੈ। ਕਿਉਂਕਿ ਇਹ ਮੈਂ ਗੱਲ ਕਿਉਂ ਕਰ ਰਹੀ ਹਾਂ, ਕਿਉਂਕਿ weight loss ਵਾਲੇ ਪਾਸੇ ਉਹ ਨਹੀਂ ਜਾ ਰਹੇ ਹੈਗੇ ਜਿਨ੍ਹਾਂ ਦਾ ਵਿਆਹ ਹੋ ਗਏ, ਜਿਨ੍ਹਾਂ ਦੇ ਬੱਚੇ ਖਾਸੇ ਵੱਡੇ ਹੋ ਗਏ, ਉਹ ਨਹੀਂ ਜਾ ਰਹੇ। ਜਾ ਕਿਹੜੇ ਰਹੇ ਨੇ ਜਿਨ੍ਹਾਂ ਦੇ ਅਜੇ ਵਿਆਹ ਹੋਣੇ ਨੇ, ਜਿਨ੍ਹਾਂ ਨੂੰ ਇਹ ਲੱਗਦਾ ਵੀ ਯਾਰ ਮੈਂ ਵਧੀਆ ਦਿਖਾਂ, ਮੈਂ ਚੰਗਾ ਲੱਗਾ, ਹਨਾ, ਮੈਂ ਜਿਹੜਾ ਸਾਂਚਾ ਸਮਾਜ ਨੇ ਬਣਾਇਆ ਉਹਦੇ ਵਿੱਚ ਢਲ ਜਾਵਾਂ, ਫਿੱਟ ਆ ਜਾਵਾਂ ਉਹਦੇ 'ਚ, ਠੀਕ ਹੈ। ਤੇ ਇੱਕ ਗੱਲ ਮੈਂ ਇੱਥੇ ਇਹ ਵੀ ਕਲੀਅਰ ਕਰ ਦੇਣਾ ਚਾਹਾਂਗੀ ਕਿ ਤੁਸੀਂ ਸਾਰੇ ਇੱਕ ਰੱਟ ਲਾਈ ਹੋਈ ਹੈ, ਤੂੰ ਪਤਲੇ ਕਦੋਂ ਹੋਣਾ, ਤੂੰ ਪਤਲੇ ਕਦੋਂ ਹੋਏਗਾ, ਹਨਾ, ਪਤਲੇ ਹੋ ਜਾਓ। ਜਿੰਨਾ ਮੋਟਾ ਹੋਣਾ ਗਲਤ ਹੈ ਉਹਨਾਂ ਪਤਲਾ ਹੋਣਾ ਵੀ ਗਲਤ ਹੈ। ਬਿਲਕੁਲ, ਦੋਨੋਂ ਹੀ ਅਨਹੈਲਦੀ ਨੇ, ਠੀਕ ਹੈ। ਜਿਹੜਾ ਸਹੀ ਸ਼ਬਦ ਹੈ ਨਾ ਉਹ ਹੈਗਾ ਫਿੱਟ ਹੋਣਾ। ਤੁਸੀਂ ਫਿੱਟ ਹੋਣ ਦਾ ਟਾਰਗੇਟ ਰੱਖੋ, ਤੁਸੀਂ ਮੋਟੇ ਤੋਂ ਪਤਲੇ ਹੋਣਾ ਜਾਂ ਪਤਲੇ ਤੋਂ ਮੋਟੇ ਹੋਣ ਦਾ ਟਾਰਗੇਟ ਨਹੀਂ ਰੱਖਣਾ ਜੀ, ਕਿਉਂਕਿ ਮੋਟਾ ਵੀ ਕਮਜ਼ੋਰੀ ਹੈ, ਪਤਲਾ ਵੀ ਕਮਜ਼ੋਰੀ ਹੈ, ਇੱਕ ਦੂਜੇ ਦੇ ਵਿਰੋਧੀ ਸ਼ਬਦ ਨੇ, ਤੁਹਾਨੂੰ ਕਨਫਿਊਜ਼ ਕਰਤਾ ਇਹਨਾਂ ਲੋਕਾਂ ਨੇ। ਤੁਸੀਂ ਟਾਰਗੇਟ ਰੱਖੋ ਫਿਟਨੈਸ ਦਾ, ਦਰਮਿਆਨਾ ਸਰੀਰ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਅੰਦਰੋਂ ਬਾਹਰੋਂ ਦੋਹਾਂ ਜਗ੍ਹਾ ਤੋਂ ਫਿੱਟ ਹੁੰਦਾ ਹੈ, ਜਿਹਨੂੰ ਕੋਈ ਬਿਮਾਰੀ ਨਹੀਂ ਹੈ, ਉਹ ਬਿਲਕੁਲ ਵਧੀਆ ਤੰਦਰੁਸਤ ਹੈ, ਉਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਫਿਟਨੈਸ ਹੈ। ਤੁਸੀਂ ਮੋਟੇ ਤੋਂ ਪਤਲੇ ਨਹੀਂ ਹੋਣਾ, ਪਤਲੇ ਤੋਂ ਮੋਟੇ ਨਹੀਂ ਹੋਣਾ। ਇਹਨਾਂ ਚੀਜ਼ਾਂ ਨੂੰ ਤੁਹਾਨੂੰ ਲੈ ਕੇ ਹੀ ਚੱਲਣਾ ਪੈਣਾ ਹੈ, ਠੀਕ ਹੈ। ਇਹਨਾਂ ਸ਼ਿਕੰਜਿਆਂ ਤੋਂ ਆਪਣੇ ਆਪ ਨੂੰ ਕੱਢਣਾ ਹੀ ਪੈਣਾ ਤੁਹਾਨੂੰ, ਨਹੀਂ ਤਾਂ ਤੁਸੀਂ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਓਗੇ। ਅੱਜ ਤੁਸੀਂ ਇਹਨਾਂ ਸਸਤੇ ਸੌਖੇ ਤਰੀਕਿਆਂ ਨਾਲ weight lose ਕਰ ਲਓਗੇ, ਠੀਕ ਹੈ, ਪਰ ਆਉਣ ਵਾਲੇ ਸਮੇਂ 'ਚ ਤੁਹਾਡੇ ਹੱਡੀਆਂ ਉਨੀਆਂ ਨਹੀਂ ਰਹਿਣੀਆਂ ਕਿ ਸਾਰਾ ਕੁਝ ਸਹਿ ਸਕਣ, ਤੁਹਾਡੇ ਸਰੀਰ ਉਹ ਨਹੀਂ ਰਹਿਣੇ ਜੇ ਬੱਚੇ ਪੈਦਾ ਕਰ ਸਕੋ ਤੁਸੀਂ। ਫਿਰ ਤੁਸੀਂ ਕੀ ਕਰੋਗੇ? ਫਿਰ ਤੁਸੀਂ ਦਵਾਈਆਂ ਵਾਲੇ ਪਾਸੇ ਜਾਓਗੇ। ਜਿਹੜਾ ਫੈਟ ਟੂ ਫਿਟ ਦਾ ਭ੍ਰਮਣ ਜਾਲ ਆ ਤੁਹਾਨੂੰ ਵਿੱਚੋਂ ਨਿਕਲਣਾ ਪੈਣਾ, ਬਿਲਕੁਲ ਨਿਕਲਣਾ ਪੈਣਾ। ਫੈਟ ਲੂਜ਼ ਕਰੋ, ਮੈਂ ਨਹੀਂ ਕਹਿੰਦੀ, ਬਿਲਕੁਲ ਜੇ ਤੁਹਾਨੂੰ ਲੱਗਦਾ ਤੁਸੀਂ ਜ਼ਰੂਰ ਕਰੋ, ਕਰਨਾ ਚਾਹੀਦਾ ਤੁਹਾਨੂੰ, ਤੁਸੀਂ ਫਿੱਟ ਹੋਵੋ। ਮੈਂ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਸਾਰੇ ਇੱਕੋ ਜਿਹੇ ਦਿਖਣ ਲੱਗ ਜਾਓ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਪਲੱਸ ਸਾਈਜ਼ ਬਹੁਤ ਤੁਹਾਨੂੰ ਜੱਚ ਰਿਹਾ, ਤੁਸੀਂ ਸੈਟੀਸਫਾਈਡ ਉਹਦੇ ਨਾਲ, ਤੁਸੀਂ ਆਪਣਾ ਇੰਟਰਨਲ ਫਿੱਟ ਕਰੋ, ਤੁਹਾਨੂੰ ਅੰਦਰੋਂ ਕੋਈ ਬਿਮਾਰੀ ਨਹੀਂ ਹੋਣੀ। ਕਿਉਂਕਿ ਅਸੀਂ ਜਿਹੜਾ ਹੈਗਾ ਨਾ ਉਹ ਅਨਹੈਲਦੀ ਸਮਾਜ ਨੂੰ ਕਦੇ ਪ੍ਰਮੋਟ ਨਹੀਂ ਕੀਤਾ, ਨਾ ਕਰਾਂਗੇ ਜੀ। ਇਹ ਕਦੇ ਵੀ ਨਹੀਂ ਹੋਊਗਾ ਕਿ ਅਸੀਂ ਕਹੀਏ ਜੀ ਕੋਈ ਚੱਕਰ ਨਹੀਂ ਹੈਗਾ, ਤੁਸੀਂ ਬਿਮਾਰੀਆਂ ਲੈ ਕੇ ਫਿਰੋ, ਨਾ। ਬਿਮਾਰੀ ਤੁਹਾਡੀ ਦੇਹ ਨੂੰ ਕੋਈ ਨਹੀਂ ਹੋਣੀ ਚਾਹੀਦੀ। ਜੇ ਕੋਈ ਬਿਮਾਰੀ ਹੈ ਤੁਸੀਂ ਫਾਈਟ ਬੈਕ ਕਰੋ, ਆਪਣੇ ਆਪ ਨੂੰ ਸਹੀ ਕਰੋ, ਇਹ ਤੁਹਾਡਾ ਪਹਿਲਾ ਫਰਜ਼ ਹੈ ਤੁਹਾਡੇ ਆਪਣੇ ਆਪ ਪ੍ਰਤੀ। ਤੁਸੀਂ ਕਿਸੇ ਨੂੰ ਦਿਖਾਣਾ ਨਹੀਂ, ਤੁਸੀਂ ਕਿਸੇ ਲਈ ਨਹੀਂ ਕਰਨਾ ਹੈ ਆਪਣੇ ਆਪ ਵਾਸਤੇ ਕਰਨਾ ਹੈ, ਠੀਕ ਹੈ। ਇਹ ਚੀਜ਼ ਨੂੰ ਲੈ ਕੇ ਚੱਲੋ। ਹੁਣ ਇੱਕ ਚੀਜ਼ ਜਿਹੜੀ ਬਣਾਤੀ ਹੋਈ ਹੈ ਨਾ, ਉਹ ਇਹ ਬਣਾਤੀ ਹੋਈ ਹੈ ਸਾਡੇ ਕਾਰਪੋਰੇਟ ਵਰਲਡ ਦਾ ਜਿਹੜਾ ਕਮਾਲ ਹੈ ਹਨਾ, ਸਾਡੀ ਮਾਡਲਿੰਗ ਦੀ ਦੁਨੀਆ ਹੋ ਗਈ। ਫੈਂਟਸੀ ਬੜੀ ਪਿਆਰੀ ਚੀਜ਼ ਹੁੰਦੀ ਹੈ, ਫੈਂਟਸੀ ਤੋਂ ਬਿਨਾਂ ਤੁਸੀਂ ਕੁਝ ਵੀ ਕ੍ਰੀਏਟਿਵ ਨਹੀਂ ਕਰ ਸਕਦੇ, ਕੁਝ ਨਵਾਂ ਨਹੀਂ ਕਰ ਸਕਦੇ। ਹਰੇਕ ਬੰਦਾ ਫੈਂਟਸੀ ਦੇ ਵਿੱਚ ਜਿਉਂਦਾ, ਤੁਸੀਂ ਮੈਂ ਹਰ ਇੱਕ ਬੰਦਾ ਫੈਂਟਸੀ 'ਚ ਜਿਉਂਦਾ। ਪਰ ਫੇਕ ਫੈਂਟਸੀ ਜਿਹੜੀ ਹੈ ਨਾ ਇਹ ਖਤਰਨਾਕ ਹੈ, ਘਾਤਕ ਹੈ। ਜਦ ਕਿ ਉਹ ਟੋਟਲੀ ਸਿਰਫ ਕਮਾਈ ਦਾ, ਧੰਦੇ ਦਾ ਕੰਮ ਹੈ ਉਹਨਾਂ ਦਾ, ਠੀਕ ਹੈ। ਉਹ ਆਪਣਾ ਧੰਦਾ ਚਲਾ ਰਹੇ ਨੇ, ਉਹ ਤੋਂ ਪੈਸਾ ਕਮਾ ਰਹੇ ਨੇ, ਦੈਟਸ ਇਟ। ਉਹਨਾਂ ਦੇ ਸਰੀਰਾਂ ਨਾਲ ਕੀ ਕੁਝ ਹੋ ਰਿਹਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੈ, ਠੀਕ ਹੈ। ਇਹ ਸਾਡੇ ਕਾਰਪੋਰੇਟ ਵਰਲਡ ਦੀ ਚਾਲਾਂ ਨੇ, ਠੀਕ ਹੈ। ਉਹਨਾਂ ਨੇ ਤੁਹਾਨੂੰ ਸਰਵ ਕੀਤਾ, ਉਹ ਖੁਦ ਪੈਸੇ ਕਮਾ ਰਹੇ ਨੇ, ਲੇਕਿਨ ਤੁਹਾਨੂੰ ਇਹੋ ਜਿਹੇ ਭਰਮ ਜਾਲ ਦੇ ਵਿੱਚ ਉਹਨਾਂ ਨੇ ਕੈਦ ਕਰ ਲਿਆ ਹੋਇਆ ਨਾ, ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਤੁਸੀਂ ਕਿੰਨੇ ਬੁਰੇ ਫਸ ਗਏ ਹੋ। ਮਾਡਲਿੰਗ ਦੀ ਦੁਨੀਆ ਨੇ ਤੁਹਾਨੂੰ ਦੋ ਐਕਸਟ੍ਰੀਮੈਂਟਸ 'ਤੇ ਲਿਆ ਕੇ ਖੜਾ ਕਰਤਾ। ਇੱਕ ਐਕਸਟ੍ਰੀਮੈਂਟ ਹੈਗਾ ਜਦੋਂ ਤੁਸੀਂ ਬਿਲਕੁਲ ਪਤਲੇ, ਬਿਲਕੁਲ ਪੇਲ ਹੋ ਜਾਓ, ਠੀਕ ਹੈ। ਜਿਹੜੀ ਲੜਕੀਆਂ ਤੁਸੀਂ ਦੇਖੋਗੇ ਮਾਡਲਸ ਹੁੰਦੀਆਂ ਨੇ, ਤੁਸੀਂ ਜਦੋਂ ਫੈਸ਼ਨ ਸ਼ੋਅ ਦੇਖੋ, ਮਾਡਲਿੰਗ ਸ਼ੋਅ ਦੇਖੋ, ਉਹਦੇ ਵਿੱਚ ਉਹ ਬਿਲਕੁਲ ਪਤਲੀਆਂ ਹੁੰਦੀਆਂ ਨੇ, ਲੱਤਾਂ ਵੀ, ਬਾਹਾਂ ਵੀ, ਉਹਨਾਂ ਦਾ ਸਾਰਾ ਕੁਝ ਕਸਮੈਟਿਕ ਸਰਜਰੀ 'ਤੇ ਖੜਾ ਇਸ ਟਾਈਮ, ਠੀਕ ਹੈ। ਤੁਸੀਂ ਜੇ ਇੰਡਸਟਰੀ ਦੇ ਵਿੱਚ ਤੁਸੀਂ ਦੇਖੋਗੇ ਕਈ ਹੀਰੋਇਨਸ ਇੱਦਾਂ ਦੀਆਂ, ਆਪਾਂ ਜਿਹਨਾਂ ਦੀ ਗੱਲ ਕਰਦੇ ਹਾਂ ਵੀ ਅਸੀਂ ਕਈ ਸਾਲ ਪਹਿਲਾਂ ਜਦੋਂ ਛੋਟੇ ਹੁੰਦੇ ਦੇਖਦੇ ਸੀ, ਉਦੋਂ ਤਾਂ ਇਹਨਾਂ ਦਾ ਰੰਗ ਰੂਪ ਹੋਰ ਸੀ, ਨੈਣ ਨਕਸ਼ ਹੋਰ ਸੀ, ਅੱਜ ਇਹ ਕੁਝ ਹੋਰ ਨੇ। ਉਹ ਸਾਰਾ ਕੁਝ ਕਸਮੈਟਿਕ ਸਰਜਰੀ 'ਤੇ ਚੱਲਦਾ ਪਿਆ। ਇਹ ਸਾਰਾ ਕੁਝ ਭਰਮ ਜਾਲ ਹੈ। ਤੁਸੀਂ ਇਹਦੇ 'ਚ ਜਿੰਨਾ ਫਸਦੇ ਜਾਓਗੇ, ਜਿੰਨਾ ਇਹਨਾਂ ਨੂੰ ਦੇਖਦੇ ਜਾਓਗੇ, ਉੱਦਾਂ ਆਪਣਾ ਨੁਕਸਾਨ ਕਰਾਉਂਦੇ ਜਾਓਗੇ, ਕਿਉਂਕਿ ਇਹ ਤੁਹਾਡੀ ਦੁਨੀਆ ਹੈ ਹੀ ਨਹੀਂ। ਪਰ ਇਹ ਦੁਨੀਆ ਤੁਹਾਡੀ ਜਿਹੜੀ ਹੈਗੀ ਆ ਉਹਨਾਂ ਨੇ ਕ੍ਰੀਏਟ ਕਰਤੀ ਵੀ ਇਹ ਤੁਹਾਡੀ ਦੁਨੀਆ ਹੈ, ਠੀਕ ਹੈ। ਹੁਣ ਤੁਸੀਂ ਇਸ ਪੈਮਾਨੇ 'ਤੇ ਆ ਕੇ ਖੜੇ ਹੋ ਗਏ ਹੋ
ਕਿ ਜਾਂ ਤਾਂ ਤੁਸੀਂ ਬਿਲਕੁਲ ਪਤਲੇ ਹੋਣਾ ਹੈ, ਜਾਂ ਫਿਰ ਜੇ ਤੁਸੀਂ ਪਲੱਸ ਸਾਈਜ਼ ਦੇ ਵਿੱਚ ਜਾਣਾ ਤਾਂ ਤੁਹਾਨੂੰ ਨਾਰਮਲ ਪਲੱਸ ਸਾਈਜ਼ ਐਕਸੈਪਟਡ ਨਹੀਂ ਹੈ, ਤੁਹਾਨੂੰ ਬਣਾਵਟੀ ਪਲੱਸ ਸਾਈਜ਼ ਐਕਸੈਪਟ ਹੈ। ਜੀ। ਬਣਾਵਟ ਦੇ ਵਿੱਚ ਅਸੀਂ ਪੈ ਗਏ ਆ, ਜਿਹੜਾ ਸਾਨੂੰ ਨਕਲੀ ਨਜ਼ਰ ਆ ਰਿਹਾ, ਦਿਖਾਇਆ ਜਾ ਰਿਹਾ, ਉਹ ਤੁਹਾਨੂੰ ਅਟਰੈਕਟ ਕਰਦਾ, ਉਹ ਤੁਹਾਡੀ ਫੈਂਟੇਸੀਜ਼ ਨੂੰ, ਫੇਕ ਫੈਂਟੇਸੀਜ਼ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹ ਕ੍ਰੀਏਟ ਕਰਦਾ। ਇੱਦਾਂ ਤੁਸੀਂ ਨੁਕਸਾਨੇ ਜਾ ਰਹੇ ਹੋ। ਵਿਸ਼ਾਲ, ਤੁਸੀਂ ਬਹੁਤ ਸੋਹਣੇ ਆਪਣੇ ਅਨੁਭਵ ਸਾਡੇ ਨਾਲ ਬਹੁਤ ਖੂਬਸੂਰਤ ਢੰਗ ਦੇ ਨਾਲ, ਹਾਲਾਂਕਿ ਤੁਹਾਡਾ ਜਿਹੜਾ ਤੁਸੀਂ ਜੋ ਕੁਝ ਵੀ ਦੱਸਿਆ ਉਹਦੇ ਵਿੱਚ ਕੁਝ ਵੀ ਖੁਸ਼ਗਵਾਰ ਮੈਨੂੰ ਨਹੀਂ ਲੱਗਿਆ, ਪਰ ਤੁਹਾਡਾ ਬਿਆਨੀਆਂ ਢੰਗ ਬਹੁਤ ਬਾਕਮਾਲ ਮੈਨੂੰ ਜ਼ਰੂਰ ਮੈਂ ਕਹੂੰਗੀ, ਕਿਉਂਕਿ ਬਹੁਤ ਹਿੰਮਤ ਚਾਹੀਦੀ ਹੁੰਦੀ ਹੈ ਐਵੇਂ ਦੀਆਂ ਗੱਲਾਂ ਨੂੰ ਕੈਮਰੇ ਦੇ ਸਾਹਮਣੇ ਕਰਨ ਲਈ, ਕਿਉਂਕਿ ਕੁਝ ਕੁ ਵਿਸ਼ੇ ਅਸੀਂ ਅਜਿਹੇ ਬਣਾ ਲਏ, ਸਾਨੂੰ ਲੱਗਦਾ ਵੀ ਇਹਨਾਂ 'ਤੇ ਕੁੜੀਆਂ ਤਾਂ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੀਆਂ, ਨਹੀਂ ਕਰ ਸਕਦੀਆਂ, ਨਹੀਂ ਕਰਿਆ ਮੰਨਿਆ ਜਾਂਦਾ ਕਿ ਵੀ ਸੱਭਿਅਕ ਸਮਾਜ ਦੇ ਵਿੱਚ ਰਹਿ ਕੇ ਗੱਲ ਨਹੀਂ ਹੋ ਸਕਦੀ, ਜਦ ਕਿ ਅਸੀਂ ਆਪੇ ਵਲਗਣਾ ਜੀਆਂ ਵੜ ਲੀਆਂ ਆਪਣੇ ਆਲੇ ਦੁਆਲੇ, ਆਪੇ ਉਹਨਾਂ ਦੇ ਵਿੱਚ ਉਲਝ ਗਏ, ਹੈ ਨਾ। ਪਰ ਤੁਹਾਡੀ ਗੱਲਬਾਤ ਤੋਂ ਮੈਨੂੰ ਜ਼ਰੂਰ ਲੱਗਦਾ ਹੈ ਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇਸ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰ ਰਹੀਆਂ ਹੋਣੀਆਂ, ਸ਼ਾਇਦ ਉਹਨਾਂ ਨੂੰ ਕੋਈ ਨਾ ਕੋਈ ਆਸ ਦੀ ਕਿਰਨ ਜ਼ਰੂਰ ਨਜ਼ਰ ਆਏਗੀ। ਤੁਸੀਂ ਸਾਡੇ ਨਾਲ ਗੱਲ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਆਪਣੀਆਂ ਬੱਚੀਆਂ ਨੂੰ ਜਿੱਥੇ ਅਸੀਂ ਇੰਨਾ ਕੁਝ ਸਿਖਾਉਂਦੇ ਹਾਂ ਜ਼ਿੰਦਗੀ 'ਚ, ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ, ਇਹ ਸਿਖਾਉਂਦੇ ਹਾਂ, ਸਭ ਤੋਂ ਪਹਿਲਾਂ ਹਰ ਮਾਂ ਦਾ ਫਰਜ਼ ਹੈ ਕਿ ਬੱਚੇ ਨੂੰ ਉਹਦੇ ਸਰੀਰ 'ਚ ਆ ਰਹੇ ਬਦਲਾਵਾਂ ਬਾਰੇ ਚੰਗੀ ਤਰ੍ਹਾਂ ਦੱਸੋ, ਉਹਨੂੰ ਦਿਖਾਵੇ ਦੀ ਦੁਨੀਆ ਦੇ ਵਿੱਚ ਨਾ ਉਲਝਾਓ। ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਉਹਦਾ ਸਰੀਰ ਬਾਕੀਆਂ ਤੋਂ ਵੱਖਰਾ ਲੱਗ ਰਿਹਾ ਜਾਂ ਬਾਕੀਆਂ ਤੋਂ ਕਿਸੇ ਕਾਰਨ ਉਹ ਵੱਖ ਹੈ, ਤਾਂ ਉਹਦਾ ਇੱਕ ਖਾਸ ਕਾਰਨ ਹੈ ਅਤੇ ਉਹਨੂੰ ਉਸ ਕਾਰਨ ਬਾਰੇ ਪਤਾ ਹੋਣਾ ਚਾਹੀਦਾ ਹੈ। ਉਹਦੀ ਜਾਣਕਾਰੀ ਆਪ ਵੀ ਰੱਖੋ, ਪ੍ਰੋਪਰ ਡਾਕਟਰੀ ਚੈੱਕਅਪ ਵੀ ਆਪਣੇ ਬੱਚੇ ਦਾ ਤੁਸੀਂ ਜ਼ਰੂਰ ਕਰਵਾਓ, ਬਹੁਤ ਜ਼ਰੂਰੀ ਹੈ। ਪਰ ਘੱਟੋ ਘੱਟ ਇਸ ਤਰ੍ਹਾਂ ਦੀ ਸੌੜੀ ਸੋਚ ਵਾਲੀ ਜਿਹੜੀ ਸਮਾਜਿਕ ਬਣਤਰ ਹੈ, ਉਸ ਤੋਂ ਆਪਣੇ ਬੱਚੇ ਨੂੰ ਜ਼ਰੂਰ ਦੂਰ ਰੱਖਿਓ, ਜਿਹੜੀ ਉਹਨੂੰ ਕਿਸੇ ਵੀ ਤਰ੍ਹਾਂ, ਚਾਹੇ ਉਹਦੇ ਰੰਗ ਦੇ ਆਧਾਰ 'ਤੇ, ਚਾਹੇ ਉਹ ਜਾਤ ਦੇ ਆਧਾਰ 'ਤੇ, ਚਾਹੇ ਸਰੀਰਕ ਬਣਤਰ ਦੇ ਆਧਾਰ 'ਤੇ, ਜਿੱਥੇ ਸਾਨੂੰ ਜੱਜ ਕੀਤਾ ਜਾਂਦਾ ਹੋਵੇ, ਅਜਿਹੇ ਮਾਹੌਲ ਤੋਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਦੂਰ ਰੱਖਣਾ ਬਹੁਤ ਜ਼ਰੂਰੀ ਹੁੰਦਾ। ਤਾਂ ਹੀ ਅਸੀਂ ਇੱਕ ਸੱਭਿਅਕ ਸਮਾਜ ਵੱਲ ਵੱਧ ਸਕਾਂਗੇ, ਜੇਕਰ ਅਸੀਂ ਅਜਿਹੀ ਸੌੜੀ ਮਾਨਸਿਕਤਾ ਨੂੰ ਤਿਆਗਾਂਗੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।